विकास पुरुष कहे जाते हैं राजपुरा ਦੇ ਵਿੱਚ ਹਰਦਿਆਲ ਸਿੰਘ ਕੰਬੋਜ ਦਾ ਇਹ ਵੀ ਕਹਿਣਾ ਹੈ ਵੀ 50 ਸਾਲਾਂ ਦੇ ਵਿੱਚ ਇੰਨਾ ਵਿਕਾਸ ਨਹੀਂ ਹੋਇਆ ਜਿੰਨਾ ਕਿ ਇਸ 5 ਸਾਲਾਂ ਦੇ ਵਿੱਚ ਜਿਹੜਾ ਹੋਇਆ ਹੈ। ਹਰਦਿਆਲ ਕੰਬੋਜ ਦੀ ਜਦੋਂ ਰਾਜਪੁਰੇ 'ਚ ਆਇਆ ਸੀ ਜੀ ਉਦੋਂ ਦੀ ਉਹਦੀ ਧਰਤੀ, ਉਹਦੀ ਪ੍ਰੋਪਰਟੀ, ਉਹਦਾ ਸਿਸਟਮ ਨਾਪ ਲਈਏ ਤੇ ਉਹਨੂੰ ਜੇ ਆਪਾਂ 100 ਨਾਲ ਵੀ ਗੁਣਾ ਕਰ ਦਈਏ ਸ਼ਾਇਦ ਉਹ ਵੀ ਥੋੜ੍ਹਾ ਪੈ ਜੇ, 1000 ਨਾਲ ਗੁਣਾ ਕਰਨੀ ਪੈ ਸਕਦੀ ਹੈ। ਇਸ ਕਿਸਮ ਦਾ ਵਿਕਾਸ ਹੋਇਆ। ਕੋਈ ਇੱਕ ਕੰਮ ਦੱਸ ਦੇਣ ਜਿਹੜੇ ਦੇ ਵਿੱਚ ਕੋਈ ਕਮਿਸ਼ਨ ਨਹੀਂ, ਹਰ ਕੰਮ ਦੇ ਵਿੱਚ ਇਹਨਾਂ ਦਾ ਕਮਿਸ਼ਨ ਹੈਗਾ, ਹਰ ਕੰਮ ਦੇ ਵਿੱਚ ਲੁੱਟ ਖੋਹ ਚੱਲ ਰਹੀ ਹੈ ਅਤੇ ਫਿਰ ਉਹਨੂੰ ਵਿਕਾਸ, ਕਿਉਂਕਿ ਕਈ ਕੰਮ ਹੀ ਇਸ ਕੰਮ ਲਈ ਕੀਤੇ ਜਾਂਦੇ ਆ ਕਿ ਜੇ ਕੁਛ ਕਰਾਂਗੇ ਤਾਂ ਵਿੱਚੋਂ ਕੁਛ ਆਊਗਾ ਨਾ। ਜਿਹੜਾ MLA ਜਿਹੜਾ ਹਰਦਿਆਲ ਕੰਬੋਜ ਹੈ, ਇਹਨੇ ਇੱਕ ਮਨ ਦੇ ਵਿੱਚ, ਮੈਨੂੰ ਲੱਗਦਾ ਕਿ ਇਹਨੂੰ ਇੱਕ ਮਨ 'ਚ ਹੰਕਾਰ ਆ ਗਿਆ, ਮਨ ਦੇ ਵਿੱਚ ਇੱਕ ਸੋਚ ਆ ਗਈ ਕਿ ਮੈਨੂੰ ਕਿਸੇ ਦਾ ਕੰਮ ਕਰਨ ਦੀ ਕੀ ਲੋੜ ਪਈ ਹੈ, ਮੇਰੇ ਸਾਹਮਣੇ ਕੋਈ ਮੇਰੇ ਲੜਨ ਵਾਲਾ ਹੀ ਹੈ ਨਹੀਂ। ਕੰਮ ਕਰਨ ਦੀ ਬਜਾਏ ਲੋਕਾਂ ਨਾਲ ਝੂਠੇ ਪਰਚਿਆਂ ਨਾਲ ਦਬਾਉਣਾ ਸ਼ੁਰੂ ਕਰਤਾ, ਲੋਕਾਂ ਦੇ ਬਿਜ਼ਨਸ ਜਿਹੜੇ ਆ ਉਹ ਖਰਾਬ ਕਰਨੇ ਸ਼ੁਰੂ ਕਰਤੇ। ਜੇ ਕੋਈ ਪੋਲੀਟੀਕਲ ਆਪੋਨੈਂਟ ਬੰਦਾ ਸੀ, ਜਿਹੜਾ ਸਿਆਸੀ ਵਿਰੋਧੀ ਸੀ, ਉਹਨੂੰ ਦਬਾਉਣਾ ਸ਼ੁਰੂ ਕਰਤਾ, ਬਿਜ਼ਨਸ ਖਰਾਬ ਕਰਨੇ ਸ਼ੁਰੂ ਕਰਤੇ। ਇੱਥੋਂ ਤੱਕ ਵੀ ਆਈ ਕਿ ਮੈਨੂੰ 2-4 ਕੇਸ ਐਸੇ ਵੀ ਲੱਭੇ ਕਿ ਜੇ ਕੋਨੇ ਵਾਲਾ ਪਲਾਟ ਪਸੰਦ ਹੈ ਤਾਂ ਜਾਂ ਤਾਂ ਪਲਾਟ ਦੇ ਨਹੀਂ, ਪਰਚਾ ਤਿਆਰ ਹੈ ਔਰ ਪਰਚਾ ਹੋਇਆ ਵੀ। ਇੱਕ ਹੁੰਦੇ ਆ ਸੋਚ ਸਮਝ ਕੇ ਵਾਅਦੇ ਕਰਨੇ, ਇੱਕ ਹੁੰਦੇ ਆ ਕਿ ਇਕੱਲੀ ਠੱਗੀ ਮਾਰਨ ਲਈ ਵਾਅਦੇ ਕਰਨੇ। ਕੈਪਟਨ ਸਾਹਿਬ ਨੇ ਠੱਗੀ ਮਾਰਨ ਲਈ ਕੀਤੇ। 135 ਬੰਦੇ ਇਹਨਾਂ ਦੀ ਜਾਲੀ ਸ਼ਰਾਬ ਨਾਲ ਮਰ ਗਏ। ਦਰਜਨਾਂ ਬੰਦੇ ਜਿਹੜੇ ਆ ਦੋਨੋਂ ਅੱਖਾਂ ਤੋਂ ਅੰਨੇ ਹੋਏ ਪਏ ਆ। ਹੋਰ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਲੱਗ ਗਈਆਂ ਅਤੇ ਕਿਸੇ ਬੰਦੇ 'ਤੇ ਸਿੱਧੇ ਤੌਰ 'ਤੇ ਪਰਚਾ ਹੀ ਨਹੀਂ ਦਰਜ ਹੋਇਆ। ਤੁਹਾਡਾ ਇੱਕ ਬਿਆਨ ਬੜਾ ਚਰਚਾ 'ਚ ਰਿਹਾ ਪਿੱਛੇ ਕਿ ਜੇ ਅਗਰ ਮੈਨੂੰ MLA ਬਣਾਉਂਦੇ ਹੋ ਤਾਂ ਮੁੱਖ ਮੰਤਰੀ ਫ੍ਰੀ ਹੈ। ਤਾਕਤ ਹੀ ਪਰਮਾਤਮਾ ਵੱਲੋਂ ਦਿੱਤੀ ਹੋਈ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਇੰਨੀ ਹੋਏਗੀ ਕਿ ਹਿਸਾਬ ਸਾਰੀਆਂ ਇਨਕੁਆਰੀਆਂ ਦੂਜੇ ਤੀਜੇ ਮੈਨੂੰ ਹੀ ਕਰਾਉਣੇ ਪੈਣੇ ਆ, ਹੋਰ ਕੋਈ ਇਹ ਨਹੀਂ ਵੀ ਕੋਈ ਹੋਰ ਕਰਾ ਸਕਦਾ। ਅਕਾਲੀ ਦਲ ਵੱਲੋਂ ਇੱਕ ਦਲਿਤ ਅਤੇ ਇੱਕ ਹਿੰਦੂ ਚਿਹਰੇ ਨੂੰ ਜਿਹੜਾ ਹੈ ਡਿਪਟੀ CM ਬਣਾਉਣ ਦੀ ਘੋਸ਼ਣਾ ਕੀਤੀ ਗਈ ਹੈ, ਤਾਂ 18 ਦਲਿਤ ਜਿਹੜੇ ਹੈ ਚੁਣਾਵ ਲੜ ਰਹੇ ਹੈ, 18 ਨੂੰ ਕਿੱਦਾਂ ਬਣਾਓਗੇ ਜੀ? ਬਗਾਵਤ ਨਹੀਂ ਹੋਏਗੀ? ਅਗਰ 13 ਨੁਕਤੀ ਪ੍ਰੋਗਰਾਮ, ਇਹਨਾਂ ਦੇ ਵਿੱਚੋਂ ਕਈ ਚੀਜ਼ਾਂ ਐਸੀਆਂ ਜਿਹੜੀਆਂ ਫ੍ਰੀ ਦਿੱਤੀਆਂ ਜਾ ਰਹੀਆਂ, ਆਪਾਂ ਫ੍ਰੀ ਕਿਉਂ ਦੇ ਰਹੇ ਹਾਂ? ਇਹੋ ਜਿਹਾ ਕਿਹੜੀ ਜਾਦੂ ਦੀ ਛੜੀ ਹੈ ਸੁਖਬੀਰ ਸਿੰਘ ਬਾਦਲ ਜੀ ਕੋਲ ਜਿਹੜਾ ਫ੍ਰੀ ਦੀ ਆਦਤ ਪਾ ਕੇ ਇਹ ਨਹੀਂ ਕਹਿੰਦੇ ਵੀ ਜਿਹੜੀ ਬਿਜਲੀ ਹੈ 5 ਰੁਪਏ ਯੂਨਿਟ ਦੇਵਾਂਗੇ ਜਾਂ 3 ਰੁਪਏ ਯੂਨਿਟ ਦੇਵਾਂਗੇ, ਪਰ ਆਪਾਂ ਫ੍ਰੀ ਨਹੀਂ ਦੇਵਾਂਗੇ। ਪਹਿਲੇ 3 ਲੱਖ ਕਰੋੜ ਦਾ ਜਿਹੜਾ ਹੈ ਪੰਜਾਬ ਦੇ ਉੱਪਰ ਕਰਜ਼ਾ ਹੈ, ਇਹ ਕਿੱਦਾਂ ਨਿਪਟੇਗਾ? ਤਾਂ ਹੋਰ ਕਰਜ਼ਾ ਚੜ੍ਹ ਜਾਏਗਾ, ਆਮ ਲੋਕਾਂ 'ਤੇ ਬੋਝ ਪਏਗਾ। ਧਾਰਮਿਕ ਆਧਾਰ ਦੇ ਮੁੱਦੇ ਠਾਏ ਗਏ, ਬੇਅਦਬੀ, ਨਸ਼ਾ, ਫਲਾਨਾ ਧਿਉਂਕਾ, ਇਹਦਾ ਫਾਇਦਾ ਕਿਹਨੂੰ ਹੋਇਆ? ਜਿਨ੍ਹਾਂ ਨੂੰ ਫਾਇਦਾ ਹੋਇਆ ਉਹ ਪਰਚੇ 'ਚ ਹੀ ਨਹੀਂ ਪਏ, ਉਲਟਾ ਉਹ ਬੈਨੀਫਿਟ ਲੈ ਕੇ ਨਿਕਲ ਗਏ। ਅਸੀਂ ਬਿਨਾਂ ਕਿਸੇ ਗੱਲ ਤੋਂ ਅਕਿਊਜ਼ਡ ਬਣਾ ਕੇ ਬਾਅਦ 'ਚ ਵੱਖਰੀ ਗੱਲ ਹੈ ਕਿ ਕੇਜਰੀਵਾਲ ਵਰਗੇ ਜਿਹੜੇ ਉਹ ਅਦਾਲਤ 'ਚੋਂ ਮਾਫੀ ਮੰਗ ਕੇ ਭੱਜ ਗਏ। ਕੇਜਰੀਵਾਲ ਸਾਹਿਬ ਨੇ ਦੋਨੋਂ ਬੱਚਿਆਂ ਦੇ ਹੱਥ ਸਿਰ 'ਤੇ ਧਰ ਕੇ ਸਾਰੇ ਨੈਸ਼ਨਲ ਚੈਨਲਾਂ ਨੇ ਦਿਖਾਇਆ ਸੀ ਕਿ ਮੈਂ ਬੱਚਿਆਂ ਦੇ ਸਿਰ 'ਤੇ ਹੱਥ ਧਰ ਕੇ ਸਹੁੰ ਖਾਨਾ ਹੈ ਕਿ ਨਾ ਮੈਂ ਕਾਂਗਰਸ ਨਾਲ ਸਮਝੌਤਾ ਕਰੂੰਗਾ, ਨਾ ਮੈਂ BJP ਨਾਲ ਸਮਝੌਤਾ ਕਰੂੰਗਾ, ਨਾ ਮੈਂ ਗਾੜੀ ਲਊਂਗਾ, ਨਾ ਮੈਂ ਬੰਗਲਾ ਲਊਂਗਾ, ਨਾ ਮੈਂ ਤਨਖਾਹ ਲਊਂਗਾ, ਨਾ ਮੈਂ ਗਨਮੈਨ ਲਊਂਗਾ। ਸਾਰੀਆਂ ਤਾਂ ਚੀਜ਼ਾਂ ਲੈ ਲਈਆਂ ਅਤੇ ਨਾਲ ਦੀ ਨਾਲ ਹੀ ਕਾਂਗਰਸ ਨਾਲ ਸਮਝੌਤਾ ਕਰ ਲਿਆ ਕਿ ਭਾਈ ਜੇ ਸਮਝੌਤੇ ਗਲਤ ਸੀ ਅਤੇ ਫਿਰ ਅਸੀਂ 5 ਰੁਪਏ ਕਿਵੇਂ ਬਿਜਲੀ ਦਿੰਦੇ ਸੀ? ਸਮਝੌਤੇ ਤਾਂ ਉਦੋਂ ਵੀ ਉਹੀ ਸੀਗੇ, ਤੁਸੀਂ 10 ਰੁਪਏ ਕਿਉਂ ਦਿੰਦੇ ਹੋ? ਇਸ ਗੱਲ ਦਾ ਜਵਾਬ ਦੇ ਦਿਓ। ਜੇ ਸਮਝੌਤੇ ਗਲਤ ਸੀ, 4.5 ਸਾਲਾਂ ਦੇ ਹੱਥ 'ਤੇ ਹੱਥ ਧਰ ਕੇ ਬੈਠੇ ਕਿਉਂ ਪੰਜਾਬ ਦਾ ਨੁਕਸਾਨ ਕਰਾਤਾ? ਫਿਰ ਤੁਸੀਂ ਉਦੋਂ ਦੇ ਰੱਦ ਕਰ ਲੈਂਦੇ। ਸਕਾਈ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇ ਬੋਰਾ। 2022 ਦੇ ਵਿਧਾਨ ਸਭਾ ਚੋਣਾਂ ਦਾ ਸਮਾਂ ਜਿਹੜਾ ਜੂ ਨਜ਼ਦੀਕ ਆ ਰਿਹਾ ਅਤੇ ਸਿਆਸੀ ਪਾਰਾ ਜਿਹੜਾ ਹੈ ਭਖਦਾ ਜਾ ਰਿਹਾ ਹੈ। ਵੱਖ-ਵੱਖ ਪਾਰਟੀਆਂ ਦੇ ਲੋਕ ਜਿਹੜੇ ਹੈ ਆਪਣੇ ਚੋਣ ਮੁਹਿੰਮ ਦੇ ਵਿੱਚ ਅਗਰਸਰ ਹੈ, ਲੋਕਾਂ ਨੂੰ ਲੁਭਾਉਣ ਵਾਸਤੇ ਵੋਟਰਾਂ ਤੱਕ ਜਾ ਰਹੇ ਹੈ। ਹਰ ਤਰੀਕੇ ਦੇ ਜਿਹੜੇ ਹਥਕੰਡੇ ਵੀ ਅਪਣਾਏ ਜਾਣਗੇ ਇਸ ਵਿਧਾਨ ਸਭਾ ਚੋਣਾਂ ਦੇ ਵਿੱਚ। ਅਤੇ ਗੱਲ ਕਰੀਏ ਅਗਰ ਆਮ ਆਦਮੀ ਪਾਰਟੀ ਦੀ, ਅਤੇ ਉਹਨਾਂ ਵੱਲੋਂ 300 ਯੂਨਿਟ ਬਿਜਲੀ ਦੇ ਮਾਫ ਕਰਕੇ ਅੱਗੇ ਲੱਗਣ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਸੀ, ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਵੱਲੋਂ 400 ਯੂਨਿਟ ਜਿਹੜਾ ਹੈ ਬਿਜਲੀ ਦਾ ਬਿੱਲ ਮਾਫ ਕਰਨ ਦੀ ਘੋਸ਼ਣਾ ਜਿਹੜੀ ਕੀਤੀ ਗਈ ਹੈ। ਅਤੇ ਇੱਦਾਂ ਦੇ ਹਜੇ ਕਾਂਗਰਸ ਵੱਲੋਂ ਵੀ ਕੀਤੇ ਜਾਣੇ ਹੈ। ਅਤੇ ਅੱਜ ਗੱਲਬਾਤ 'ਚ ਸਾਡੀ ਸ਼ਾਮਲ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅਤੀ ਨੇੜੇ ਰਹੇ ਅਤੇ ਸਿਆਸੀ ਸਕੱਤਰ ਜਿਹੜੇ ਉਸ ਤੋਂ ਇਲਾਵਾ ਬੁਲਾ ਰਹੇ ਹੈ ਪਾਰਟੀ ਦੇ। ਗੱਲਬਾਤ ਕਰਾਉਂਦੇ ਉਹਨਾਂ ਨਾਲ ਵੀ ਰਾਜਪੁਰੇ ਤੋਂ ਜਿਹੜੇ ਚੋਣ ਲੜ ਰਹੇ ਹੈ ਅਕਾਲੀ ਦਲ ਤੋਂ, ਸਰਦਾਰ ਚਰਨਜੀਤ ਸਿੰਘ ਬਰਾੜ ਜੀ। ਬਰਾੜ ਸਾਹਿਬ, ਸਭ ਤੋਂ ਪਹਿਲੇ ਤਾਂ ਸਕਾਈ ਨਿਊਜ਼ 'ਚ ਤੁਹਾਡਾ ਬਹੁਤ ਸਵਾਗਤ ਹੈ। ਬਹੁਤ ਧੰਨਵਾਦ ਜੀ ਸਕਾਈ ਨਿਊਜ਼ ਚੈਨਲ ਦਾ, ਪਲੱਸ ਸਾਰੇ ਜਿਹੜੇ ਤੁਹਾਡੇ ਪਿੱਛੇ ਪ੍ਰਬੰਧਕ ਨੇ, ਤੁਹਾਡਾ ਖਾਸ ਕਰਕੇ ਸਭ ਦਾ ਧੰਨਵਾਦ। ਬਰਾੜ ਸਾਹਿਬ, ਗੱਲਬਾਤ ਸ਼ੁਰੂ ਕਰਦੇ ਹਾਂ ਵੀ ਬਹੁਤ ਵੱਡੀ ਪੋਸਟ 'ਤੇ ਤੁਸੀਂ ਇੱਕ ਨਵਾਜੇ ਗਏ ਹੋ, ਅਤੇ MLA ਦੀ ਚੋਣ ਲੜਨ ਦਾ ਕਿਵੇਂ ਫੈਸਲਾ ਹੋਇਆ ਅਤੇ ਰਾਜਪੁਰਾ ਹੀ ਹਲਕਾ ਕਿਉਂ ਚੁਣਿਆ ਗਿਆ? ਦੇਖੋ, ਇੱਕ ਗੱਲ ਹੈ ਕਿ ਪੋਲੀਟਿਕਸ ਜਿਹਨੇ ਕਰਨੀ ਹੈ ਉਹਦੀ ਸਮਝ ਲਓ ਪਹਿਲੀ ਪੌੜੀ ਜਿਹੜੀ ਅਸਲੀ ਪੋਲੀਟਿਕਸ ਦੀ ਹੁੰਦੀ ਆ ਉਹ ਇਲੈਕਟੋਰਲ ਜਿੰਨਾ ਚਿਰ ਨਹੀਂ ਆਉਂਦਾ, ਜਿੰਨਾ ਚਿਰ ਇਲੈਕਸ਼ਨ 'ਚ ਨਹੀਂ ਆਉਂਦਾ ਉਹਨਾਂ ਚਿਰ ਉਹਦੀ ਸਮਝ ਲਓ ਕਹਿ ਲਈਏ ਕਿ ਡਿਗਰੀ ਪੂਰੀ ਨਹੀਂ ਮਿਲਦੀ। ਜਿਵੇਂ ਕਿਸੇ ਨੇ BA ਕਰਨੀ ਹੈ, ਕਿਸੇ ਨੇ ਕੋਈ ਲਾਅ ਕਰਨਾ ਹੈ,
ਤਾਂ ਉਹ ਜਿੰਨਾ ਚਿਰ ਡਿਗਰੀ ਨਹੀਂ ਮਿਲਦੀ ਉਹਨਾਂ ਚਿਰ ਉਹ ਕੰਮ ਨਹੀਂ ਕਰ ਸਕਦਾ। ਉਸੇ ਤਰ੍ਹਾਂ ਭਾਵੇਂ ਮੈਨੂੰ ਬੜੀ ਦੇਰ ਹੋ ਗਈ, ਮੈਂ 1995 ਦਾ ਘਰੋਂ ਨਿਕਲ ਕੇ ਪੱਕੇ ਤੌਰ 'ਤੇ, ਮਤਲਬ ਭਾਵੇਂ ਕੰਮ ਤਾਂ ਮੈਂ 86 ਤੋਂ ਹੀ ਕਰਦਾ ਆ ਰਿਹਾ, ਪਰ 95 ਤੋਂ ਤਾਂ ਜਿਵੇਂ ਉਹ ਡੰਗੋਰੀ ਚੱਕ ਕੇ ਘਰੋਂ ਪੱਕੇ ਤੌਰ 'ਤੇ ਨਿਕਲੇ ਹੋਏ ਆ, ਔਰ ਉਦੋਂ ਦਾ ਹੀ ਮੈਂ ਇਹ ਕੰਮ ਕਰ ਰਿਹਾ। ਔਰ ਬੜੀਆਂ ਇਲੈਕਸ਼ਨਾਂ ਲੜਾਈਆਂ, ਬੜੇ ਇਲੈਕਸ਼ਨ ਦੇ ਵਿੱਚ ਹੱਥੀਂ ਬੰਦੇ ਤੋਰੇ ਜਿਹੜੇ ਬੜੇ ਉੱਚੇ ਉੱਚੇ ਪਦਵਿਆਂ ਤੱਕ ਵੀ ਪਹੁੰਚ ਗਏ ਆ, ਪਰ ਉਹ ਇੱਕ ਕਿਤੇ ਨਾ ਕਿਤੇ ਮਨ 'ਚ ਰਹਿੰਦੀ ਸੀ ਚਾਹਤ ਕਿ ਇਲੈਕਸ਼ਨ ਜਿਹੜਾ ਉਹ ਲੜਨਾ ਹੈ। ਤਾਂ ਇਸ ਵਾਰੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਇਹ ਫੈਸਲਾ ਹੈ ਕਿ ਮੈਂ ਰਾਜਪੁਰੇ ਦੇ ਲੋਕਾਂ ਦੀ ਸੇਵਾ ਕਰਾਂ, ਔਰ ਰਾਜਪੁਰੇ ਦੇ ਲੋਕਾਂ ਦੇ ਜਿਹੜੇ ਮੈਂ ਸਮਝਦਾ ਕਿ ਉਹ ਉਹਨਾਂ ਦੇ ਵੀ ਦਿਲ ਦੇ ਬੜੇ ਕਰੀਬ ਹੈ ਲੋਕ। ਜਿਸ ਕਿਸਮ ਦੀਆਂ ਟਿਪਸ ਮੈਨੂੰ ਉਹਨਾਂ ਨੇ ਦੇ ਕੇ ਭੇਜੀਆਂ ਕਿ ਬੜੇ ਸ਼ਰੀਫ ਲੋਕ ਹੈ, ਬੜੇ ਇਮਾਨਦਾਰੀ ਨਾਲ ਆਪਦੇ ਬਿਜ਼ਨਸ ਕਰਨ ਵਾਲੇ ਲੋਕ ਹੈ, ਔਰ ਇਹ ਜਿਹੀਆਂ ਕਈ ਗੱਲਾਂ ਉਹਨਾਂ ਨੇ ਕਰਕੇ ਭੇਜੀਆਂ ਕਿ ਰਾਜਪੁਰਾ ਨਿਵਾਸੀਆਂ ਦੇ ਵਿੱਚ ਕਿਸੇ ਕਿਸਮ ਦਾ ਕੋਈ ਡਰ ਭੈ ਦਾ ਨਾ ਮਾਹੌਲ ਆਪਾਂ ਪੈਦਾ ਹੋਣ ਦੇਣਾ ਔਰ ਨਾ ਕਰਨਾ ਹੈ। ਇਸ ਕਿਸਮ ਦੀਆਂ ਗੱਲਾਂ ਲੈ ਕੇ ਮੈਂ ਰਾਜਪੁਰਾ ਨਿਵਾਸੀਆਂ ਦੇ ਚਰਨਾਂ 'ਚ ਹਾਜ਼ਰ ਹੋਇਆ ਸੇਵਾ ਲਈ। ਬਰਾੜ ਸਾਹਿਬ, ਗੱਲ ਕਰੀਏ ਅਗਰ ਮੁੱਦਿਆਂ ਦੀ, ਤਾਂ ਰਾਜਪੁਰ ਦੇ ਵਿੱਚ ਕਿਸ ਮੁੱਦਿਆਂ ਤੇ ਤੁਸੀਂ ਚੋਣ ਲੜੋਗੇ ਤੇ ਕਿਸ ਮੁੱਦਿਆਂ ਨੂੰ ਲੈ ਕੇ ਜਿਹੜਾ ਹੈ ਵੋਟਰਾਂ ਕੋਲ ਜਾ ਰਹੇ ਹੋ? ਦੇਖੋ, ਇੱਕ ਗੱਲ ਹੈ ਕਿ ਸੂਬੇ ਦੇ ਮੁੱਖ ਮੰਤਰੀ ਔਰ ਉਸ ਵੇਲੇ ਦੇ ਪ੍ਰਧਾਨ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਵੱਡੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ, ਜਿਵੇਂ ਅੱਜ ਅਸੀਂ ਕੀਤੇ ਹੈ। ਇਸ ਤਰ੍ਹਾਂ ਉਹਨਾਂ ਨੇ ਜਿਸ ਕਿਸਮ ਦੇ ਝੂਠ ਮਾਰੇ, ਪੂਰਨ ਕਰਜ਼ਾ ਮਾਫੀ ਕਿਸਾਨ ਦੀ, ਮਜ਼ਦੂਰ ਦੀ, ਫਿਰ ਘਰ ਘਰ ਨੌਕਰੀ ਦੇਣ ਤੱਕ ਭੱਤੇ ਦੀ, ਸਮਾਰਟਫੋਨ ਦੇਣ ਦੀ, ਜਾਂ ਗਰੀਬਾਂ ਲਈ ਜਿਹੜੀਆਂ ਸਕੀਮਾਂ ਸੀ ਜਿਹਦੇ 'ਚ ਪੈਨਸ਼ਨ 2500, 51,000 ਸ਼ਗਨ, ਆਟੇ ਦਾਲ ਦੇ ਨਾਲ ਚੀਨੀ, ਚਾਹ ਜਾਂ ਘਿਓ ਦੇਣ ਦੀ ਗੱਲ ਕੀਤੀ, ਵਗੈਰਾ ਵਗੈਰਾ। ਬੜੇ ਵੱਡੇ ਜਿਹੜੇ ਹੈ ਉਹ ਝੂਠ ਬੋਲੇ, ਔਰ ਉਹ ਝੂਠ ਦਾ ਖੁਲਾਸਾ ਤੁਹਾਡੇ ਸਾਹਮਣੇ ਹੈ ਕਿ ਅੱਜ 4.5 ਸਾਲ ਬੀਤ ਗਏ ਹੈ, 4.5 ਸਾਲ ਵੀ ਨਹੀਂ, ਜ਼ਿਆਦਾ ਬੀਤ ਗਏ, ਅਤੇ ਕੁਛ ਮਹੀਨੇ ਸਮਝ ਲਓ 2-3 ਮਹੀਨੇ ਕੰਮ ਦੇ ਰਹਿ ਗਏ। ਉਸ ਤੋਂ ਬਾਅਦ ਸਰਕਾਰ ਕੋਲੇ ਕੰਮ ਕਰਨ ਦਾ ਸਮਾਂ ਨਹੀਂ ਹੁੰਦਾ, ਔਰ ਉਹਦੇ 'ਚੋਂ ਕੋਈ ਵੀ ਵਾਅਦਾ ਜਿਹੜਾ ਢੰਗ ਸਿਰ ਨਾਲ ਪੂਰਾ ਨਹੀਂ ਕੀਤਾ। ਔਰ ਜਿਸ ਕਿਸਮ ਦਾ ਮੁੱਖ ਮੰਤਰੀ ਦਾ ਜ਼ਿਲ੍ਹਾ ਹੋਣਾ ਚਾਹੀਦਾ, ਮੈਂ ਇੱਕ ਬੇਨਤੀ ਕਰਾਂ ਕਿ ਮੁੱਖ ਮੰਤਰੀ ਦਾ ਜ਼ਿਲ੍ਹਾ ਹੋਵੇ ਔਰ ਮੁੱਖ ਮੰਤਰੀ ਦੇ ਘਰ ਦੀ ਤਾਕਤ ਜਿਸ ਇਨਸਾਨ ਕੋਲੇ ਹੋਵੇ, ਉੱਥੇ ਇਕੱਲੇ ਕੰਮ ਨਹੀਂ ਕੀਤੇ ਜਾਂਦੇ, ਉੱਥੇ ਲੋਕਾਂ ਦੇ ਚਾਅ ਵੀ ਪੂਰੇ ਕੀਤੇ ਜਾਂਦੇ ਆ। ਔਰ ਮੈਂ ਸਮਝਦਾ ਇੱਥੇ ਜਿਹੜਾ MLA ਜਿਹੜਾ ਹਰਦਿਆਲ ਕੰਬੋਜ ਹੈ, ਇਹਨੇ ਇੱਕ ਮਨ ਦੇ ਵਿੱਚ, ਮੈਨੂੰ ਲੱਗਦਾ ਕਿ ਇਹਨੂੰ ਇੱਕ ਮਨ 'ਚ ਹੰਕਾਰ ਆ ਗਿਆ, ਮਨ ਦੇ ਵਿੱਚ ਇੱਕ ਸੋਚ ਆ ਗਈ ਕਿ ਮੈਨੂੰ ਕਿਸੇ ਦਾ ਕੰਮ ਕਰਨ ਦੀ ਕੀ ਲੋੜ ਪਈ ਹੈ, ਮੇਰੇ ਸਾਹਮਣੇ ਕੋਈ ਮੇਰੇ ਲੜਨ ਵਾਲਾ ਹੀ ਹੈ ਨਹੀਂ। ਉਲਟਾ ਕੰਮ ਕਰਨ ਦੀ ਬਜਾਏ ਲੋਕਾਂ ਨਾਲ ਝੂਠੇ ਪਰਚਿਆਂ ਨਾਲ ਦਬਾਉਣਾ ਸ਼ੁਰੂ ਕਰਤਾ, ਲੋਕਾਂ ਦੇ ਬਿਜ਼ਨਸ ਜਿਹੜੇ ਆ ਉਹ ਖਰਾਬ ਕਰਨੇ ਸ਼ੁਰੂ ਕਰਤੇ। ਜੇ ਕੋਈ ਪੋਲੀਟੀਕਲ ਆਪੋਨੈਂਟ ਬੰਦਾ ਸੀ, ਜਿਹੜਾ ਸਿਆਸੀ ਵਿਰੋਧੀ ਸੀ, ਉਹਨੂੰ ਦਬਾਉਣਾ ਸ਼ੁਰੂ ਕਰਤਾ, ਬਿਜ਼ਨਸ ਖਰਾਬ ਕਰਨੇ ਸ਼ੁਰੂ ਕਰਤੇ। ਇੱਥੋਂ ਤੱਕ ਵੀ ਆਈ ਕਿ ਮੈਨੂੰ 2-4 ਕੇਸ ਐਸੇ ਵੀ ਲੱਭੇ ਕਿ ਜੇ ਕੋਨੇ ਵਾਲਾ ਪਲਾਟ ਪਸੰਦ ਹੈ ਤਾਂ ਜਾਂ ਤਾਂ ਪਲਾਟ ਦੇ ਨਹੀਂ, ਪਰਚਾ ਤਿਆਰ ਹੈ, ਔਰ ਪਰਚਾ ਹੋਇਆ ਵੀ ਤੁਹਾਡੇ ਸਾਹਮਣੇ ਹੈ। ਮੇਰੇ ਖਿਆਲ ਹੈ ਪ੍ਰੈਸ ਵਾਲੇ ਵੀਰਾਂ ਤੋਂ ਤਾਂ ਕੋਈ ਲੁਕੀਆਂ ਛਿਪੀਆਂ ਨਹੀਂ ਗੱਲਾਂ ਇੱਥੇ। ਇਸ ਕਰਕੇ ਮੁੱਖ ਮੰਤਰੀ ਦੀ ਤਾਕਤ ਨੂੰ ਵਰਤਣਾ ਤਾਂ ਸੀ ਲੋਕਾਂ ਦੀ ਭਲਾਈ ਲਈ, ਔਰ ਇਹਨਾਂ ਨੇ ਵਰਤਿਆ ਉਲਟਾ ਵਿਰੋਧੀਆਂ 'ਤੇ, ਜਾਂ ਕੋਈ ਆਪਦੇ ਬੰਦੇ ਵੀ ਸੀ ਕਈ, ਉਹਨਾਂ 'ਤੇ ਵੀ ਦਬਾਅ ਪਾਉਣ ਲਈ ਵਰਤਿਆ। ਇਹ ਇੱਕ ਮੈਂ ਸਮਝਦਾ ਕਿ ਬੜਾ ਵੱਡਾ ਇੱਕ ਉਹਨਾਂ ਦੇ ਅਗੇਂਸਟ ਜਾਣ ਵਾਲੀ ਗੱਲ ਹੈਗੀ ਆ। ਔਰ ਇੱਕ ਗੱਲ ਤੇ ਇਹ ਤਾਂ ਰਹੀ ਲੋਕਲ ਗੱਲਾਂ ਵਾਪਰਦੀਆਂ ਰਹੀਆਂ, ਪਿੱਛੇ ਪਰਦੇ ਦੇ ਪਿੱਛੇ ਕੀ ਗੁੱਲ ਖਿਲਾਉਂਦੇ ਰਹੇ ਉਸੇ ਤਾਕਤ ਨਾਲ। ਪਿੰਡਾਂ ਦੇ ਵਿੱਚ ਭੱਠੀਆਂ ਜਾਂ ਕੋਈ ਸ਼ਰਾਬ ਦਾ ਤੌੜਾ ਫੜਿਆ ਜਾਂਦਾ ਤਾਂ ਸੁਣਦਾ ਸੀ, ਫਿਰ ਪੰਚਾਇਤ ਜਾਂਦੀ, ਥਾਣੇਦਾਰ ਨੂੰ ਕੁੱਟਦੇ ਤੋਂ ਮਸਾਂ ਛਡਾ ਕੇ ਲਿਆਉਂਦੇ, ਇਹੋ ਜਿਹੀਆਂ ਗੱਲਾਂ ਤਾਂ ਸੁਣਦੇ ਸੀ। ਹੁਣ ਇਹਨਾਂ ਦੀਆਂ ਜਾਲੀ ਡਿਸਟਿਲਰੀਆਂ ਫੜੀਆਂ ਗਈਆਂ, ਜਿਹੜੇ ਦੋਸ਼ ਲੱਗਦੇ ਆ, ਵੈਸੇ ਤਾਂ ਉਹ ਜਾਂਚ ਦਾ ਹਿੱਸਾ ਹੈ, ਪਰ ਜਾਂਚ ਜਿਹੜੀ ਕਰਾਵੇ ਕੌਣ, ਜਦੋਂ ਜਿਨ੍ਹਾਂ ਨੇ ਜਾਂਚ ਕਰਾਉਣੀ ਹੈ ਉਹ ਉਹਨਾਂ ਦੇ ਰਖਵਾਲੇ ਬਣੇ ਹੋਏ ਆ। ਔਰ ਇਹ ਘਨੌਰ ਦਾ ਹੋਇਆ MLA ਜਾਂ ਰਾਜਪੁਰੇ ਦਾ ਹੋਇਆ, ਇਹਨਾਂ ਦਾ ਓਪਨਲੀ ਸਾਰੇ ਥਾਵਾਂ ਦੇ ਉੱਤੇ ਨਾਂ ਜਿਹੜਾ ਹੈ ਉਹ ਬੋਲਦਾ ਸੀ, ਜਾਂ ਤਾਂ ਇਹ ਸਪਸ਼ਟੀਕਰਨ ਦਿੰਦੇ ਲੋਕਾਂ ਨੂੰ, ਪਰ ਜਿਨ੍ਹਾਂ ਨੇ ਜਾਂਚ ਕਰਾਉਣੀ ਹੈ ਜਦੋਂ ਉਹੀ ਨਹੀਂ ਹੋ ਰਹੀ ਤਾਂ ਫਿਰ ਕੀ ਹੋ ਸਕਦਾ। ਇਸ ਕਰਕੇ ਮੈਂ ਸਮਝਦਾ ਕਿ ਉਸ ਜਾਲੀ ਸ਼ਰਾਬ ਨਾਲ ਜਿੱਥੇ ਇਹਨਾਂ ਨੇ ਅਰਬਾਂ ਰੁਪਈਆ ਕਮਾਇਆ, ਜਿਹੜਾ ਮੈਨੂੰ ਲੱਗਦਾ ਸਿਰ ਚੜ੍ਹ ਕੇ ਹੰਕਾਰ ਬੋਲ ਰਿਹਾ ਹੈ, ਇਹ ਕਈ ਵਾਰੀ ਪੈਸੇ ਦਾ ਜਿਹੜਾ ਗਰੂਰ ਹੁੰਦਾ ਨਾ, ਜਾਂ ਜਿਹੜੀ ਸਰਕਾਰ ਦੀ ਤਾਕਤ ਹੁੰਦੀ ਹੈ, ਬੜੇ ਦਿਮਾਗ ਨੂੰ ਚੜ੍ਹ ਜਾਂਦੀ ਹੈ, ਫਿਰ ਬੰਦੇ ਨੂੰ ਬੰਦਾ ਸਮਝਣੋਂ ਬੰਦਾ ਹਟ ਜਾਂਦਾ ਹੈ। ਉਸੇ ਨਸ਼ੇ ਦੇ ਵਿੱਚ, ਪੈਸੇ ਨਾਲ ਤਾਂ ਨਸ਼ਾ ਹੈਗਾ ਹੀ ਹੈਗਾ, 135 ਬੰਦੇ ਇਹਨਾਂ ਦੀ ਜਾਲੀ ਸ਼ਰਾਬ ਨਾਲ ਮਰ ਗਏ, ਦਰਜਨਾਂ ਬੰਦੇ ਜਿਹੜੇ ਆ ਦੋਨੋਂ ਅੱਖਾਂ ਤੋਂ ਅੰਨੇ ਹੋਏ ਪਏ ਆ, ਹੋਰ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਲੱਗ ਗਈਆਂ, ਅਤੇ ਕਿਸੇ ਬੰਦੇ 'ਤੇ ਸਿੱਧੇ ਤੌਰ 'ਤੇ ਪਰਚਾ ਹੀ ਨਹੀਂ ਦਰਜ ਹੋਇਆ। ਹੁਣ ਇੱਕ ਬੰਦਾ ਜੇ ਕਿਸੇ ਤੋਂ ਮਰ ਜੇ ਅਤੇ ਸਾਬਤ ਹੋ ਜੇ ਅਦਾਲਤ ਦੇ ਵਿੱਚ, ਅਤੇ ਕਈ ਵਾਰੀ ਬੰਦੇ ਫਾਂਸੀ ਲੱਗ ਜਾਂਦੇ ਆ। 135 ਬੰਦੇ ਮਰ ਗਏ, ਮੁੱਖ ਮੰਤਰੀ ਸਾਹਿਬ ਕੋਈ ਐਕਸ਼ਨ ਲੈਣ ਨੂੰ ਤਿਆਰ ਨਹੀਂ ਹੈ, ਨਾ ਕੋਈ ਹੋਰ ਕੋਈ ਪਰਚਾ ਦਰਜ ਕਰਨ ਨੂੰ ਤਿਆਰ ਹੈ, ਕਿਉਂਕਿ ਪੁਲਿਸ ਤਾਂ ਉਹ ਥਾਣੇਦਾਰ ਤਾਂ ਆਪਣੇ ਲਾਏ ਹੋਏ ਆ ਜਿਨ੍ਹਾਂ ਨੇ ਪੜਤਾਲਾਂ ਕਰਨੀਆਂ। ਇਸ ਕਰਕੇ ਮੈਂ ਸਮਝਦਾ ਕਿ ਇਹ ਗੱਲਾਂ ਨੇ ਕਾਂਗਰਸ ਪਾਰਟੀ ਦਾ, ਔਰ ਖ਼ਾਸ ਕਰਕੇ ਹਰਦਿਆਲ ਕੰਬੋਜ ਦਾ ਜਿਹੜਾ ਸੀਗਾ ਇੱਥੇ ਪਤਨ ਕਰਤਾ।
ਪਤਨ ਕਰਤਾ। ਔਰ ਲੋਕ ਮੈਂ ਇੱਕ ਸਮਝਦਾ ਕਿ ਲੋਕ ਬਦਲਾਅ ਚਾਹੁੰਦੇ ਆ ਔਰ ਬੜੀ ਵੱਡੀ ਤਬਦੀਲੀ ਆਊਗੀ। ਮੈਂ ਜਿੰਨਾ ਕੁ ਰਾਜਪੁਰਾ ਨਿਵਾਸੀਆਂ ਨੂੰ ਨੇੜਿਓਂ ਹੋ ਕੇ ਦੇਖਿਆ, ਬੜੇ ਸ਼ਰੀਫ ਲੋਕ ਹੈ ਔਰ ਇਹ ਬੋਲਦੇ ਨਹੀਂ। ਜੇ ਉਹ ਹਰਦਿਆਲ ਕੰਬੋਜ ਸਿਰ 'ਚ ਮਾਰੀ ਜਾਂਦਾ ਨਾ ਤੇ ਸਿਰ ਤੇ ਹੱਥ ਰੱਖਣ ਦੀ ਕੋਸ਼ਿਸ਼ ਵੀ ਨਹੀਂ ਕਰਦੇ, ਚੁੱਪ ਹੀ ਕਰ ਜਾਂਦੇ ਆ ਵੀ ਕੋਈ ਨਹੀਂ, ਜਦੋਂ ਟਾਈਮ ਆਊਗਾ ਦੱਸਾਂਗੇ। ਟਾਈਮ ਇਹਨਾਂ ਦਾ ਆਉਣਾ ਜਦੋਂ ਬਟਨ ਦੱਬ ਕੇ ਉਹ ਮਸ਼ੀਨ ਦੀ ਟੀ ਕਰਾਉਣੀ ਹੈ। ਤੇ ਫਿਰ ਜਿਹੜੀਆਂ ਕੱਲੀ ਗੱਲ ਦੇ ਵਾਅਦੇ ਕੀਤੇ ਹੈ ਲੋਕਾਂ ਦੇ ਉੱਤੇ, ਮੇਰਾ ਖਿਆਲ ਹੈ ਕਿ ਉਹਦਾ ਜਵਾਬ ਲੋਕ 2022 'ਚ ਦੇਣਗੇ। ਬਰਾੜ ਸਾਹਿਬ, ਗੱਲ ਕਰੀਏ ਅਗਰ ਵਿਕਾਸ ਪੁਰਸ਼ ਕਹੇ ਜਾਂਦੇ ਆ ਰਾਜਪੁਰਾ ਦੇ ਵਿੱਚ, ਹਰਦਿਆਲ ਸਿੰਘ ਕੰਬੋਜ ਜੀ ਦਾ ਇਹ ਵੀ ਕਹਿਣਾ ਹੈ ਵੀ 50 ਸਾਲਾਂ ਦੇ ਵਿੱਚ ਇੰਨਾ ਵਿਕਾਸ ਨਹੀਂ ਹੋਇਆ ਜਿੰਨਾ ਕਿ ਇਸ 5 ਸਾਲਾਂ ਦੇ ਵਿੱਚ ਜਿਹੜਾ ਹੋਇਆ ਹੈ। ਤੇ ਕਿਸ ਤਰ੍ਹਾਂ ਦਾ ਵਿਕਾਸ ਦੇਖਦੇ, ਕਿਉਂਕਿ ਰਾਜਪੁਰ ਦੇ ਵਿਕਾਸ ਤਾਂ ਹੋਇਆ, ਇਹ ਤਾਂ ਨਹੀਂ ਕਹਿ ਸਕਦੇ ਵੀ ਨਹੀਂ ਹੋਇਆ। ਸੜਕਾਂ, ਨਾਲੀਆਂ, ਗਲੀਆਂ, ਗਰਾਊਂਡ, ਫਲਾਵਰ ਵੈਲੀ, ਫੁਆਰਾ, ਮਤਲਬ ਵਿਕਾਸ ਤਾਂ ਹੋਇਆ। ਤੇ ਕਿਸ ਤਰ੍ਹਾਂ ਦਾ ਵਿਕਾਸ ਦੇਖਦੇ ਹੋ ਤੁਸੀਂ, ਕਾਂਗਰਸ ਵਾਲੇ ਜਿਹੜੇ ਵਿਕਾਸ ਪੁਰਸ਼ ਕਹਿੰਦੇ ਉਹਨਾਂ ਨੂੰ? ਦੇਖੋ, ਜਿਹੜਾ ਵਿਕਾਸ ਮੈਂ ਵੀ ਮੰਨਦਾ ਬਹੁਤ ਹੋਇਆ ਔਰ ਵਿਕਾਸ ਇੰਨਾ ਹੋ ਗਿਆ ਕਿ ਜੇ ਆਪਾਂ ਹਰਦਿਆਲ ਕੰਬੋਜ ਦੀ ਜਦੋਂ ਰਾਜਪੁਰੇ 'ਚ ਆਇਆ ਸੀ ਜੀ, ਉਦੋਂ ਦੀ ਉਹਦੀ ਧਰਤੀ, ਉਹਦੀ ਪ੍ਰੋਪਰਟੀ, ਉਹਦਾ ਸਿਸਟਮ ਨਾਪ ਲਈਏ ਤੇ ਉਹਨੂੰ ਜੇ ਆਪਾਂ 100 ਨਾਲ ਵੀ ਗੁਣਾ ਕਰ ਦਈਏ ਸ਼ਾਇਦ ਉਹ ਵੀ ਥੋੜ੍ਹਾ ਪੈ ਜੇ, 1000 ਨਾਲ ਗੁਣਾ ਕਰਨੀ ਪੈ ਸਕਦੀ ਹੈ। ਇਸ ਕਿਸਮ ਦਾ ਵਿਕਾਸ ਹੋਇਆ। ਰਹੀ ਗੱਲ ਫੁਹਾਰੇ ਦੀ ਵੀ ਮੈਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਕਾਗਜ਼ ਦੇਵਾਂਗਾ, ਉਹ ਚਮਕਾ ਲਿਓ ਜਿੰਨੇ ਕਿ ਚਮਕਾਏ ਗਏ ਤੁਹਾਤੋਂ, ਹਲੇ ਥੋੜ੍ਹਾ ਟਾਈਮ ਲੱਗੂਗਾ। ਇੱਕ ਫਲਾਵਰ ਵੈਲੀ ਦੀ ਜਿਹੜੀ ਗੱਲ ਕੀਤੀ ਹੈ, ਜੇ ਮੈਂ ਨਾ ਆ ਕੇ ਦਬਕੇ ਮਾਰਦਾ ਵੀ ਗਲ 'ਚ ਸਾਫਾ ਪਾ ਕੇ ਜੇ ਨਾ ਇਹ ਜ਼ਮੀਨ ਵਾਪਸ ਕਰਾਈ ਸਰਕਾਰ ਦੀ ਜਿਹੜੀ ਹੜੱਪੀ ਹੈ, ਤੇ ਸ਼ਾਇਦ ਇਹ ਵੀ ਹੜੱਪੀ ਜਾਣੀ ਸੀਗੀ। ਇਹ ਤਾਂ ਸਟੇ ਲੈ ਲਈ ਹੈ ਪ੍ਰਵੀਨ ਛਾਬੜਾ ਜੀ ਨੇ, ਉਸ ਤੋਂ ਬਾਅਦ ਜਿਹੜਾ ਹੈ ਮਤਾ ਰੱਦ ਕਰ ਦਿੱਤਾ ਗਿਆ ਕਮੇਟੀ ਵੱਲੋਂ। ਮੈਂ ਇੱਕ ਬੇਨਤੀ ਕਰਾਂ ਕਿ ਸਟੇ ਲੈਣ ਲਈ, ਤੜਵਾਉਣ ਲਈ ਚਾਰਾ ਜੋਈਆਂ ਵੀ ਹੁੰਦੀਆਂ। ਸਟੇ ਦਾ ਮਤਲਬ ਇਹ ਸੀ ਥੋੜ੍ਹੀ ਸੀ ਵੀ ਕੋਈ ਫੈਸਲਾ ਹੋ ਗਿਆ ਵੀ ਵਾਪਸ ਕਰੋ। ਸਟੇ ਦਾ ਮਤਲਬ ਤਾਂ ਹੋ ਸਕਦਾ ਕੋਈ ਡਿਵੈਲਪਮੈਂਟ ਦੀ ਹੋਵੇ ਤਾਂ ਦੂਜੀ ਚੀਜ਼ ਹੋਵੇ। ਤੇ ਫਿਰ ਪ੍ਰਵੀਨ ਛਾਬੜਾ ਜੀ ਤਾਂ ਸ਼ੁਰੂ ਦੇ ਹੀ ਸੀਗੇ ਜਦੋਂ ਦਾ ਮਤਾ ਪਿਆ, ਫਿਰ ਉਦੋਂ ਦਾ ਕਿਉਂ ਨਹੀਂ ਕੁਝ ਹੋ ਗਿਆ। ਇਸ ਕਰਕੇ ਖੈਰ ਮੈਂ ਇਸ ਗੱਲ 'ਚ ਨਹੀਂ ਪੈਂਦਾ। ਚਲੋ ਕ੍ਰੈਡਿਟ ਭਾਵੇਂ ਉਹਨੂੰ ਚਲਾ ਜਾਵੇ, ਮੈਨੂੰ ਕੋਈ ਇਤਰਾਜ਼ ਨਹੀਂ। ਪਰ ਮੈਂ ਦਾਅਵੇ ਨਾਲ ਕਹਿਣਾ ਹੈ, ਹਰਦਿਆਲ ਕੰਬੋਜ ਨੂੰ ਪੁੱਛ ਕੇ ਵੇਖ ਲਿਓ, ਜਿਸ ਦਿਨ ਦਾ ਮੈਂ ਚੌਂਕ 'ਚ ਆ ਕੇ ਕਿਹਾ ਕਿ ਕੱਲੀ ਚੀਜ਼ ਦਾ ਹਿਸਾਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਦਿੱਤੀ ਹੋਈ ਤਾਕਤ ਨਾਲ, ਕਾਨੂੰਨ ਦੇ ਹਿਸਾਬ ਨਾਲ ਰਾਜਪੁਰਾ ਨਿਵਾਸੀਆਂ ਨੂੰ ਲੈ ਕੇ ਦੇਊਂਗਾ। ਇਸ ਕਰਕੇ ਮੈਂ ਸਮਝਦਾ ਇਹ ਫਲਾਵਰ ਵੈਲੀ ਦਾ ਤੁਹਾਡੇ ਸਾਹਮਣੇ ਹੈ। ਰਹੀ ਗੱਲ ਬਾਕੀ ਦੀ ਡਿਵੈਲਪਮੈਂਟ ਦੀ, ਉਹਦੇ 'ਚ ਵੀ ਡਿਵੈਲਪਮੈਂਟ ਆਪਦੀ ਜ਼ਿਆਦਾ ਹੁੰਦੀ ਹੈ। ਜਿਹੜੀਆਂ ਟਾਈਲਾਂ ਆਉਂਦੀਆਂ ਨਾ, ਇਹ ਵੀ ਬੜਾ ਵੱਡਾ ਸਕੈਂਡਲ ਹੈ। ਇੱਕ ਜਿਹੜੀਆਂ ਟਾਈਲਾਂ ਆਉਂਦੀਆਂ ਉਹ ਕਿੰਨੇ ਰੁਪਏ ਦੀਆਂ ਮਿਲਦੀਆਂ ਬਾਹਰੋਂ ਬਾਜ਼ਾਰ 'ਚੋਂ, ਤੇ ਕਿੰਨੇ ਦੀਆਂ ਇਹਨਾਂ ਦੇ ਜਿਹੜੇ ਆਪਦੇ ਚਹੇਤੇ ਉੱਥੋਂ ਕਿੰਨੇ ਦੀਆਂ ਉੱਥੋਂ ਲੈਂਦੇ ਆ। ਕੋਈ ਇੱਕ ਕੰਮ ਦੱਸ ਦੇਣ ਜਿਹੜੇ ਦੇ ਵਿੱਚ ਕੋਈ ਕਮਿਸ਼ਨ ਨਹੀਂ। ਹਰ ਕੰਮ ਦੇ ਵਿੱਚ ਇਹਨਾਂ ਦਾ ਕਮਿਸ਼ਨ ਹੈਗਾ, ਹਰ ਕੰਮ ਦੇ ਵਿੱਚ ਲੁੱਟ ਖੋਹ ਚੱਲ ਰਹੀ ਹੈ। ਤੇ ਫਿਰ ਉਹਨੂੰ ਵਿਕਾਸ, ਕਿਉਂਕਿ ਕੰਮ ਹੀ ਇਸ ਕੰਮ ਲਈ ਕੀਤੇ ਜਾਂਦੇ ਆ ਕਿ ਜੇ ਕੁਝ ਕਰਾਂਗੇ ਤਾਂ ਵਿੱਚੋਂ ਕੁਝ ਆਊਗਾ ਨਾ। ਇਸ ਕਰਕੇ ਮੈਂ ਸਮਝਦਾ ਕਿ ਜਿਸ ਕਿਸਮ ਦੇ ਵਿਕਾਸ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਹਲਕਿਆਂ ਦੇ ਹੁੰਦੇ ਆ, ਉਹ ਨਹੀਂ ਕਰਵਾਇਆ, ਕਿਉਂਕਿ ਇਹਨਾਂ ਦੀ ਇੱਛਾ ਸ਼ਕਤੀ ਨਹੀਂ ਹੈ। ਜਦੋਂ ਖੁਦ ਮੁਖੀਆ ਦੀ ਇੱਛਾ ਸ਼ਕਤੀ ਨਹੀਂ ਹੈ ਮੁੱਖ ਮੰਤਰੀ ਸਾਹਿਬ ਦੀ, ਤੇ ਇਹਨਾਂ ਦੀ ਕਿੱਥੋਂ ਹੋਣੀ ਹੈ। ਇਸ ਕਰਕੇ ਮੈਂ ਜੋ ਹਾਲਾਤ ਰਾਜਪੁਰਾ ਦੇ ਦੇਖੇ ਹੈ, ਇਹਨਾਂ ਨੂੰ ਇੱਕੋ ਹੀ ਲੱਗਦਾ ਸੀ ਕਿ ਸਾਡਾ ਵਿਰੋਧੀ ਕੋਈ ਹੈ ਹੀ ਨਹੀਂ ਤੇ ਸਾਨੂੰ ਕੰਮ ਕਰਨ ਦੀ ਲੋੜ ਕੀ ਹੈ। ਇਹ ਤਾਂ ਗਿਆਨ ਦੀ ਸਤਿ ਸ੍ਰੀ ਅਕਾਲ ਨਹੀਂ ਸੀ ਮੰਨਦੇ। ਇਹ ਹੁਣ ਤਾਂ ਜਿੱਦਣ ਦਾ ਮੈਂ ਆਇਆ ਉਦੋਂ ਦੇ ਤਾਂ ਬੁਲਾ ਕੇ ਸਤਿ ਸ੍ਰੀ ਅਕਾਲ ਕਰਦੇ ਆ ਜਾਂ ਹਾਲ ਚਾਲ ਪੁੱਛਣੇ ਸ਼ੁਰੂ ਕੀਤੇ ਆ। ਇਹ ਤਾਂ ਘਰੇ ਗਿਆਨ ਦੀ ਸਤਿ ਸ੍ਰੀ ਅਕਾਲ ਨਹੀਂ ਸੀ ਮੰਨਦੇ, ਜੋ ਮੈਨੂੰ ਇੱਥੇ ਆ ਕੇ ਪਤਾ ਲੱਗਿਆ। ਇਸ ਕਰਕੇ ਇਹ ਹਰਦਿਆਲ ਸਿੰਘ ਕੰਬੋਜ ਦਾ ਜਿਹੜਾ ਉਹ ਸਮਾਂ ਮੇਰੇ ਹਿਸਾਬ ਨਾਲ ਬੀਤ ਚੁੱਕਿਆ ਔਰ ਕਾਂਗਰਸ ਪਾਰਟੀ ਦਾ ਪੰਜਾਬ ਦੇ ਵਿੱਚੋਂ ਬੀਤ ਚੁੱਕਿਆ। ਔਰ ਅੱਜ ਜਿਸ ਤਰ੍ਹਾਂ ਦੇ ਐਲਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕੀਤੇ ਹੈ, ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਤੁਹਾਨੂੰ ਇੱਕ ਵਾਰੀ ਥੋੜ੍ਹਾ ਜਿਹਾ ਡਿਟੇਲ 'ਚ ਦੱਸ ਦਿਆਂ। ਇੱਕ ਸਵਾਲ ਹੋਰ ਹੈ ਪਹਿਲੇ ਬਰਾੜ ਸਾਹਿਬ, ਮੇਨ ਤਾਂ ਗੱਲ ਕਰੀਏ ਅਗਰ ਤਾਂ ਲੋਕਲ ਉਮੀਦਵਾਰ ਦੀ ਜਿਹੜੀ ਮੰਗ ਹੈ ਰਾਜਪੁਰਾ ਦੁਬਾਰਾ ਉੱਠ ਰਹੀ ਹੈ। ਗੱਲ ਕਰੀਏ ਅਗਰ ਅਕਾਲੀ ਦਲ ਦੇ ਨੇਤਾ ਹੀ ਜਿਹੜੇ ਹੈ ਤੁਹਾਡੇ ਸਾਥੀ ਰਹੇ ਹੈ, ਤੇ ਉਹਨਾਂ ਵੱਲੋਂ ਵੀ ਜਿਹੜੀ ਮੰਗ ਚੱਕੀ ਗਈ ਹੈ, ਉਹ ਵੀ ਜਿਹੜੀ ਹੈ ਟਿਕਟ ਦੀ ਦੌੜ ਦੇ ਵਿੱਚ ਹੈ, ਲਗਾਤਾਰ ਆਪਣਾ ਇਕੱਠ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਹੈ, ਚਾਹੇ ਗੜੀ ਸਾਹਿਬ ਹੋਣ, ਚਾਹੇ ਰਾਣਾ ਜੀ ਹੋਣ। ਤੇ ਉਹਨਾਂ ਤੋਂ ਕਿਵੇਂ ਪਾਰ ਪਾਓਗੇ ਜੀ ਤੁਸੀਂ? ਦੇਖੋ, ਮੇਰੀ ਬੇਨਤੀ ਹੈ, ਤੁਸੀਂ ਬਹੁਤ ਪੁਰਾਣੀ ਗੱਲ ਕਰਦੇ ਹੋ, ਕੋਈ 1.5-2 ਮਹੀਨੇ ਪਹਿਲਾਂ ਵਾਲੀਆਂ ਗੱਲਾਂ ਕਰਦੇ ਹੋ। ਸਰਦਾਰ ਸੁਰਜੀਤ ਸਿੰਘ ਗੜੀ ਸਾਹਿਬ ਸਾਡੇ SGPC ਦੇ ਮੈਂਬਰ ਹੈ, ਸਾਡੇ ਸਨਮਾਨਯੋਗ ਹੈ, ਔਰ ਪਾਰਟੀ ਪ੍ਰਧਾਨ ਸਾਹਿਬ ਨੇ ਬੁਲਾ ਕੇ ਉਹਨਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਇਹ ਗੱਲ ਦੱਸਦੀ ਹੈ ਕਿ ਸਰਕਾਰ ਬਣਾਉਣ ਲਈ ਸਾਰਿਆਂ ਨੂੰ ਸਿਰ ਜੋੜ ਕੇ ਚੱਲਣ ਦੀ ਲੋੜ ਹੈ। ਔਰ ਸਰਕਾਰ ਬਣਦੀ ਹੈ ਤੇ ਸਾਰਿਆਂ ਨੂੰ ਹੀ, ਸਰਕਾਰਾਂ ਦੇ ਵਿੱਚ ਬੜੀਆਂ ਚੀਜ਼ਾਂ ਹੁੰਦੀਆਂ ਜਿੱਥੇ ਐਡਜਸਟ ਹੋ ਸਕਦਾ ਬੰਦਾ ਜਾਂ ਕਰਿਆ ਜਾ ਸਕਦਾ। ਇਸੇ ਤਰ੍ਹਾਂ ਰਾਣਾ ਵੀਰ ਹੈ ਮੇਰਾ, ਇਹ ਤਾਂ ਮੈਂ ਕਹੂੰਗਾ ਕਿ ਸਿਆਸਤ ਹੀ ਸਮਝ ਲਓ 80-85% ਕਹਿ ਲਈਏ ਕਿ ਰਲ ਮਿਲ ਕੇ ਮੈਂ ਇਹਨਾਂ ਨੂੰ ਜਿੰਨਾ ਵੀ ਸਪੋਰਟ ਕਰਦਾ ਰਿਹਾ, ਤਾਂ ਉਹਨਾਂ ਨਾਲ ਵੀ ਪ੍ਰਧਾਨ ਸਾਹਿਬ ਨੇ ਕਹਿਤਾ ਹੈ ਕਿ ਆਪਾਂ ਰਲ ਮਿਲ ਕੇ ਨਾਲ ਚੱਲੋ। ਮਤਲਬ ਮਨਾ ਲਏ ਜਾਣਗੇ ਜੀ 100% ਮੇਰੇ ਨਾਲ ਚੱਲਣਗੇ। ਪਾਰਟੀ ਤੋਂ ਕਿਉਂ ਕੋਈ ਖੱਬੇ ਸੱਜੇ ਜਾਊਗਾ। ਹਰਦਿਆਲ ਕੰਬੋਜ ਨੂੰ ਹਰਾਉਣ ਵਾਲਾ ਹਰ ਸ਼ਖਸ
ਭਾਵੇਂ ਉਹ ਕਿਸੇ ਵੀ ਪਾਰਟੀ 'ਚ ਬੈਠਾ ਹੈ, ਮੈਂ ਰੱਬ ਤੋਂ ਡਰ ਕੇ ਕਹਿਣਾ ਸਾਰੇ ਮੇਰੀ ਪਿੱਠ ਤੇ ਆਉਣਗੇ, ਕਿਉਂਕਿ ਜੇ ਉਹ ਕੋਈ ਲੜਾਈ ਦੇ ਸਕਦਾ, ਜੇ ਉਹਦੇ ਕੀਤੇ ਹੋਏ ਬੁਰੇ ਕੰਮਾਂ ਦਾ ਹਿਸਾਬ ਲੈ ਸਕਦਾ ਹੈ, ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਦੋਂ ਮੁੱਖ ਮੰਤਰੀ ਹੋਏ ਉਹ ਮੈਂ ਹੀ ਲੈ ਕੇ ਦੇਣਾ। ਮੈਂ ਇਹ ਕੋਈ ਮੈਂ ਹੰਕਾਰ ਵਾਲੀ ਮੈਂ ਨਹੀਂ ਕਹਿੰਦਾ, ਮੈਂ ਕਹਿੰਦਾ ਕਿ ਤਾਕਤ ਹੀ ਪਰਮਾਤਮਾ ਵੱਲੋਂ ਦਿੱਤੀ ਹੋਈ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਇੰਨੀ ਹੋਏਗੀ ਕਿ ਹਿਸਾਬ ਸਾਰੀਆਂ ਇਨਕੁਆਰੀਆਂ ਦੂਜੇ ਤੀਜੇ ਮੈਨੂੰ ਹੀ ਕਰਾਉਣੇ ਪੈਣੇ ਆ, ਹੋਰ ਕੋਈ ਇਹ ਨਹੀਂ ਵੀ ਕੋਈ ਹੋਰ ਕਰਾ ਸਕਦਾ। ਇਸ ਕਰਕੇ ਉਹ ਤਾਂ ਸਾਡੇ ਆਪਣੇ ਨੇ। ਮੈਂ ਕਹਿਣਾ ਵਿਰੋਧੀ ਪਾਰਟੀਆਂ ਵਾਲੇ ਵੀ, ਉਹਦੇ ਗੱਡੀ 'ਚ ਬੈਠਣ ਵਾਲੇ ਬੰਦੇ ਵੀ ਕਈ ਮੇਰੀ ਮਦਦ ਕਰਨਗੇ, ਮੈਂ ਇੱਥੋਂ ਤੱਕ ਕਹਿ ਸਕਦਾ। ਇਸ ਕਰਕੇ ਉਹਨੂੰ ਤਾਂ ਹੁਣ ਸ਼ੱਕੀ ਚਾਰ ਚੁਫੇਰੋਂ ਰਹਿਣਾ ਪਊਗਾ ਕਿ ਨਾਲ ਕਿਹਨੂੰ ਲੈ ਕੇ ਜਾਣਾ ਅਤੇ ਕਿਹਨੂੰ ਨਹੀਂ ਲੈ ਕੇ ਜਾਣਾ। ਇਸ ਕਰਕੇ ਕਿਉਂਕਿ ਉਹਦੇ ਮੁੰਡੇ ਨੇ ਜੋ ਇੱਥੇ ਇੱਕ ਨਾ ਬੜਾ ਰਿਵਾਜ ਪਿਆ, ਮੈਂ ਤਾਂ ਹੈਰਾਨ ਹੈਗਾ ਕਿ ਤੁਸੀਂ ਕਿਸੇ ਨੂੰ ਦਬਕੇ ਮਾਰੀ ਜਾਓ ਫੋਨ 'ਤੇ। ਕੱਲ੍ਹ ਪਰਸੋਂ ਇੱਕ ਪ੍ਰੋਗਰਾਮ ਰਖਾਤਾ ਅਤੇ ਉਹਨੂੰ ਸੁਨੇਹੇ ਲਾਈ ਜਾਣ ਵੀ ਪ੍ਰੋਗਰਾਮ ਕੈਂਸਲ ਕਰਾ। ਇਹ ਗੁੰਡਾ ਕਰਦੀ ਹੈ ਯਾਰ, ਕੋਈ ਸਿਆਸਤ ਹੈ? ਤੁਸੀਂ ਆਪਣੀ ਕਰੋ, ਦੂਜੀ ਪਾਰਟੀ ਆਪਣੀ ਕਰੇ, ਤੀਜੀ ਆਪਣੀ ਕਰੇ। ਮੈਂ ਇੱਕ ਰਾਜਪੁਰਾ ਨਿਵਾਸੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਨਾ, ਜਿੱਥੇ ਮਰਜ਼ੀ ਵੋਟ ਪਾਓ, ਤੁਹਾਡਾ ਅਧਿਕਾਰ ਹੈ, ਜਿਹਨੂੰ ਦਿਲ ਕਰਦਾ ਵੋਟ ਪਾਓ। ਮੈਂ ਤੁਹਾਨੂੰ ਗਰੰਟੀ ਦਿੰਦਾ, ਜੇ ਸਾਡੀ ਸਰਕਾਰ ਪਰਮਾਤਮਾ ਦੀ ਮਿਹਰ ਨਾਲ ਲੋਕਾਂ ਦੇ ਸਾਥ ਨਾਲ ਬਣੀ, ਕੋਈ ਸਾਡੇ ਵਿਰੋਧੀ ਨੂੰ ਡਰਨ ਦੀ ਲੋੜ ਨਹੀਂ। ਆਪਦੇ ਤਕੜੇ ਹੋ ਕੇ ਬਿਜ਼ਨਸ ਕਰੋ। ਕੋਈ ਜਿਹੜਾ ਹੈਗਾ ਸਾਡਾ ਕਿੰਨਾ ਵੀ ਸਿਆਸੀ ਵਿਰੋਧੀ ਕਿਉਂ ਨਾ ਹੋਵੇ, ਕਿਸੇ 'ਤੇ ਕੋਈ ਝੂਠਾ ਪਰਚਾ ਨਹੀਂ ਹੋਊਗਾ। ਜੇ ਅੱਜ ਆਪਾਂ ਬੈਠੇ ਹਾਂ, ਅੱਜ ਤੋਂ 5 ਸਾਲਾਂ ਨੂੰ ਵੀ ਆਹੀ ਦੌਰ ਹੋਊਗਾ ਜਦੋਂ ਮੈਂ ਦੁਕਾਨ ਤੋਂ ਦੁਕਾਨ ਜਾ ਕੇ ਲੋਕਾਂ ਤੋਂ ਵੋਟਾਂ ਮੰਗਦਾ ਹੂੰਗਾ। ਇੱਕ ਵੀ ਜੇ ਗਲਤ ਪਰਚਾ ਦਰਜ ਕਰਾਇਆ, ਕਿਰਪਾ ਕਰਕੇ ਐਸੇ ਕੈਮਰੇ ਦੇ ਸਾਹਮਣੇ ਪੁੱਛ ਲਿਓ। ਜੇ ਮੇਥੋਂ ਕੋਈ ਗਲਤੀ ਹੋਈ ਹੋਊਗੀ ਤਾਂ ਮੈਂ ਤਾਂ ਵੀ ਦੱਸ ਦੂੰਗਾ। ਜੇ ਕਰਨੀ ਨਹੀਂ ਤਾਂ ਫਿਰ ਕਿਵੇਂ ਕਰੂੰਗੀ? ਇੱਕ ਕੋਈ ਤਹਿਸੀਲ, ਕੋਈ ਥਾਣਾ, ਕੋਈ ਈਓ ਦਫ਼ਤਰ, ਕੋਈ ਬਿਜਲੀ ਬੋਰਡ ਦਫ਼ਤਰ, ਕੋਈ BDO ਦਫ਼ਤਰ, ਰਾਜਪੁਰੇ ਦੇ ਸੰਬੰਧਿਤ ਲੋਕਾਂ ਨਾਲ ਦਫ਼ਤਰ ਕੋਈ ਠੇਕੇ 'ਤੇ ਨਹੀਂ ਚੜੂਗਾ ਜਿਵੇਂ ਅੱਜ ਠੇਕੇ 'ਤੇ ਚੱਲਦੇ। ਲੋਕਾਂ ਦੀਆਂ ਜੇਬਾਂ ਪੱਟੀਆਂ ਜਾ ਰਹੀਆਂ। ਇਹ ਕੋਈ ਤਰੀਕਾ ਥੋੜ੍ਹਾ, ਇਹ ਕੋਈ ਸਿਆਸਤ ਕਰਨ ਦੇ ਤਰੀਕੇ ਆ? ਅਰਬਾਂ ਰੁਪਏ ਦੀ ਜਾਲੀ ਸ਼ਰਾਬ ਵੇਚ ਕੇ ਢਿੱਡ ਨਹੀਂ ਭਰਦਾ ਕਿ ਇੱਥੋਂ ਫਿਰ ਚੱਲੀ ਜਾਂਦਾ। ਇਸ ਕਰਕੇ ਮੈਨੂੰ ਲੱਗਦਾ ਕਿ ਇਹਦੇ 'ਤੇ ਜ਼ਿਆਦਾ ਟਾਈਮ ਵੇਸਟ ਕਰਨ ਵਾਲੀ ਗੱਲ ਹੈ। ਸਵਾਲ ਇੰਨਾ ਹੈ ਕਿ ਤੁਸੀਂ ਇੱਕ ਇਹਦਾ ਜਿਹੜਾ ਬੇਟਾ ਹੈਗਾ ਉਹ ਇਹਦੇ ਨਾਲੋਂ ਵੀ ਗਾਂਹ ਟੱਪਿਆ ਹੋਇਆ, ਮਤਲਬ ਉਹ ਕਮਾਲ ਦੀ ਐਸੇ ਬੰਦੇ ਕਿ ਦਬਕੇ ਮਾਰੀ ਜਾਓ। ਉਹ ਭਾਈਆ ਕਿਹੜੇ ਸਮੇਂ ਦੀ ਤੁਸੀਂ ਭੜੂਏ ਸਿਆਸਤ ਕਰਦੇ ਹੋ? ਇਹ ਸਿਆਸਤ ਉਸ ਜ਼ਮਾਨਾ ਲੱਦ ਗਿਆ ਜਦੋਂ ਕੋਈ ਕਿਸੇ ਤੋਂ ਡਰਦਾ ਹੁੰਦਾ ਸੀ। ਇਹ ਤਾਂ ਰਾਜਪੁਰੇ ਦੇ ਲੋਕ ਹੀ ਬਹੁਤੇ ਸ਼ਰੀਫ ਹੈ। ਜੇ ਕਿਤੇ ਕੋਈ ਹੋਰ ਇਲਾਕਾ ਹੁੰਦਾ ਨਾ ਤੇ ਇਹਨਾਂ ਨੂੰ ਤਾਂ ਕਦੋਂ ਦੇ ਮੂਹਰੇ ਖੜੇ ਹੋ ਜਾਂਦੇ ਲੋਕ, ਜਿਹੋ ਜਿਹੇ ਹਾਲਾਤ ਇਹਨਾਂ ਨੇ ਪੈਦਾ ਕੀਤੇ ਆ। ਇਸ ਕਰਕੇ ਮੈਂ ਇਹ ਬੇਨਤੀ ਕਰਾਂ ਕਿ ਸਿਆਸਤ ਅਖਲਾਕਾਂ ਤੋਂ ਗਿਰ ਕੇ ਨਹੀਂ ਹੁੰਦੀ। ਮੈਂ ਇੱਕ ਤੁਹਾਨੂੰ ਆਪਦੀ ਥੋੜ੍ਹੀ ਜਿਹੀ ਹੋਰ ਦੱਸ ਦਿੰਦਾ, ਕਿਉਂਕਿ ਬੰਦੇ ਨੂੰ ਜਦੋਂ ਪਿੱਛੋਂ ਪਿਛੋਕੜ ਹੁੰਦਾ, ਜੋ ਬੰਦੇ ਦਾ ਕਿਰਦਾਰ ਹੁੰਦਾ, ਉਹ ਨਾਲ ਚੱਲ ਕੇ ਆਉਂਦਾ। ਮੈਂ ਤਹਿਸੀਲਦਾਰ ਸੀਗਾ, ਮੈਂ 11 ਸਾਲ ਸਰਕਾਰ ਦੀ ਤਨਖਾਹ ਵੀ ਲਈ। ਮੈਂ ਇਸੇ ਗੱਲ 'ਤੇ ਅੱਗੇ ਆਉਣਾ ਸੀ ਜੀ। ਚਲੋ ਧੰਨਵਾਦ ਤੁਹਾਡਾ। ਮੈਂ 11 ਸਾਲ ਸਰਕਾਰ ਦੀ ਤਨਖਾਹ ਵੀ ਲਈ ਹੈ। ਔਰ ਇੱਥੇ ਆਉਣ ਤੋਂ ਪਹਿਲਾਂ ਮੇਰੇ ਇੱਥੋਂ ਆਉਣ ਦੇ ਕਾਰਨ ਖੁਦ ਪ੍ਰਧਾਨ ਸਾਹਿਬ ਨੇ ਚੂਜ਼ ਕੀਤਾ। ਔਰ ਮੈਂ ਜਿੱਥੋਂ ਇਲੈਕਸ਼ਨ ਲੜਨੀ ਸੀ ਉੱਥੇ ਸਿਰਫ 2 ਸਾਲ ਤਹਿਸੀਲਦਾਰੀ ਕੀਤੀ ਸੀ। ਕੋਈ ਮੇਰੇ ਉੱਥੇ ਵੀ ਨਾਨਕੇ ਨਹੀਂ ਸੀ, ਦਾਦਕੇ ਨਹੀਂ ਸੀ, ਕੋਈ ਰਿਸ਼ਤੇਦਾਰੀ ਨਹੀਂ ਸੀ ਪੈਂਦੀ। ਦਰਿਆ ਤੋਂ ਪਾਰ ਦਾ ਇਲਾਕਾ ਨਵਾਂ ਸ਼ਹਿਰ ਸੀਗਾ। ਔਰ ਕੱਲੀ 2 ਸਾਲ ਉੱਥੇ ਤਹਿਸੀਲਦਾਰੀ ਕੀਤੀ ਸੀ। ਅੱਜ ਵੀ ਜੇ ਕਿਤੇ ਤੁਹਾਡੇ ਪੱਤਰਕਾਰ ਭਾਈਚਾਰੇ 'ਚੋਂ ਵੀ ਤੁਸੀਂ ਪੁੱਛ ਕੇ ਦੇਖ ਲਿਓ ਕਿ ਕਿਵੇਂ ਲੋਕ ਪਿਆਰ ਦਿੰਦੇ ਆ ਜਾਂ ਕਿਵੇਂ ਲੋਕ ਅੱਖਾਂ 'ਤੇ ਬਿਠਾਉਂਦੇ। ਸਿਰਫ ਇਮਾਨਦਾਰੀ ਨਾਲ ਸਿਰਫ 2 ਸਾਲ ਉੱਥੇ ਨੌਕਰੀ ਕੀਤੀ ਸੀ। ਆਹ ਸੁਵਿਧਾ ਸੈਂਟਰ ਦੂਜਾ ਤੀਜਾ, ਇਹਦੇ 'ਚ ਬਹੁਤ ਸਾਰੇ ਵੱਡੇ ਹਿੱਸੇ ਜਿਹੜੇ ਹੈਗੇ ਆ, ਮੈਂ ਸਮਝਦਾ ਕਿ ਇਹ ਪਹਿਲੀ ਵਾਰੀ ਅਸੀਂ ਪੂਰਨੇ ਪਾ ਕੇ ਲਿਖੇ ਆ ਅਤੇ ਫਿਰ ਉਸ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਇਹ ਲੱਗੇ ਆ। ਅਤੇ ਜੇ ਉੱਥੋਂ ਵਾਲਾ ਲਾ ਲਓ, ਫਿਰ 3 ਸਰਕਾਰਾਂ ਮੈਂ ਜਿਹੜੀਆਂ ਹੈਗੀਆਂ ਮੁੱਖ ਮੰਤਰੀ ਦੇ ਘਰੇ ਬੈਠ ਕੇ ਹਟਾਈਆਂ। ਪਹਿਲੀ ਵਾਰੀ ਤਾਂ ਭਾਵੇਂ ਬੜੇ ਛੋਟੇ ਸੀ 97 ਵਾਲੀ ਸਰਕਾਰ 'ਚ, ਪਰ ਮੁੱਖ ਮੰਤਰੀ ਦੇ ਘਰੇ ਗੱਡੀ ਆਇਆ ਜਾਂਦੀ ਸੀ ਜਿਵੇਂ ਆਪਦੇ ਘਰੇ ਗੱਡੀ ਲਾਈ ਦੀ ਆ, ਕਿਉਂਕਿ ਰਹਿਣਾ ਹੀ ਉਹਨਾਂ ਦੇ ਘਰੇ ਆ ਜਦੋਂ, ਤੇ ਕੀ ਫਰਕ ਪੈਂਦਾ। ਅਤੇ 2 ਸਰਕਾਰਾਂ ਤੋਂ ਬਾਅਦ ਹੋ ਗਈਆਂ, 3 ਸਰਕਾਰਾਂ ਜਿਹਨੇ ਹੰਢਾ ਲੀਆਂ। ਹੁਣ ਤਹਿਸੀਲਦਾਰੀ ਕੱਟ ਲਈ ਹੋਵੇ, ਅਤੇ ਜੇ ਕੋਈ ਲਾਲਚ ਲੂਲਚ ਹੁੰਦਾ ਤਾਂ ਬੜਾ ਮੌਕੇ ਸੀਗੇ। ਇਸ ਕਰਕੇ ਮੈਨੂੰ ਤਾਂ ਆਪਦੇ ਬਾਪੂ ਦਾ ਦਿੱਤਾ ਖਾਣ ਵਾਲੀ ਆਦਤ ਹੈਗੀ ਆ। ਅੱਜ ਵੀ ਪਰਮਾਤਮਾ ਤੋਂ ਡਰ ਕੇ ਕਹਿਣਾ, ਕਿਸੇ ਤੋਂ ਕੋਈ ਲੋੜ ਪਵੇ ਤਾਂ ਸੱਜਣ ਤੋਂ ਤਾਂ ਆਪਦੇ ਤੋਂ ਨਾਲ ਜ਼ਰੂਰ ਉਧਾਰੇ ਦੂਰੇ ਭਾਵੇਂ ਖੱਬੇ ਸੱਜੇ ਕਦੇ ਮੰਗੇ ਹੋਣ। ਪਰ ਇਹ ਗੱਲ ਕਹਾਂ ਕਿ ਜੇ ਲੋਕਾਂ ਦੀਆਂ ਜੇਬਾਂ ਪੱਟਣੀਆਂ ਹੁੰਦੀਆਂ ਤਾਂ ਅੱਜ ਇਹ ਘੱਟੋ ਘੱਟ 25 ਸਾਲ ਦੇ ਅਰਸੇ 'ਚ ਬੜੇ ਥਾਂ ਹੁੰਦੇ ਆ ਜਿੱਥੇ ਐਲੀਗੇਸ਼ਨ ਲੱਗਦੇ ਆ। ਬੜੀ ਇਮਾਨਦਾਰੀ ਨਾਲ ਅਤੇ ਬੜੀ ਦਿਆਨਤਦਾਰੀ ਨਾਲ ਲੋਕਾਂ ਦੀ ਸੇਵਾ ਕਰੂੰਗਾ। ਮੈਨੂੰ ਇਹ ਵੀ ਪਤਾ ਹੈ ਕਿ ਕਿਹੜਾ ਕੰਮ ਹੋ ਸਕਦਾ ਅਤੇ ਕਿਹੜਾ ਨਹੀਂ ਹੋ ਸਕਦਾ। ਜਿਹੜਾ ਹੋ ਸਕਦਾ ਉਹਦੇ ਲਈ ਭਾਵੇਂ ਕੈਬਨਿਟ 'ਚੋਂ ਕਾਨੂੰਨ ਬਣਾ ਕੇ ਕਿਉਂ ਨਾ ਰਾਜਪੁਰੇ ਦੀ ਧਰਤੀ ਵਾਸਤੇ ਕੰਮ ਕਰਾਉਣਾ ਪਿਆ। ਔਰ ਜਿਹੜਾ ਨਹੀਂ ਹੋ ਸਕਦਾ ਉਹ ਮੈਂ ਬੜੀ ਇਮਾਨਦਾਰੀ ਨਾਲ ਹੱਥ ਜੋੜ ਕੇ ਕਹਿ ਦੂੰਗਾ ਵੀ ਇਹ ਹੋਣ ਵਾਲਾ ਨਹੀਂ, ਕਿਉਂਕਿ ਫਿਰ ਮੈਂ ਇਮਾਨਦਾਰ ਨਹੀਂ ਜੇ ਮੈਂ ਇਹ ਨਹੀਂ ਦੱਸਦਾ ਵੀ ਇਹ ਕੰਮ ਹੋਣ ਵਾਲਾ ਜਾਂ ਨਹੀਂ ਹੋਣ ਵਾਲਾ। ਕਿਉਂਕਿ ਤਹਿਸੀਲਦਾਰ ਰਹਿ ਲਏ, ਸਰਕਾਰੀ ਫਾਈਲਾਂ ਚੀਫ ਸੈਕਟਰੀ ਤੱਕ ਦੀਆਂ ਘੁੰਮਦੀਆਂ ਦੇਖ ਲਈਆਂ, ਅਤੇ ਫਿਰ ਬੰਦੇ ਨੂੰ ਪਤਾ ਹੀ ਹੁੰਦਾ ਵੀ ਆਹ ਹੋਣ ਵਾਲਾ ਅਤੇ ਆਹ ਨਹੀਂ ਹੋਣ ਵਾਲਾ। ਇਸ ਕਰਕੇ ਬੜੀ ਇਮਾਨਦਾਰੀ ਨਾਲ ਵਿਜੇ ਜੀ ਮੈਂ ਲੋਕਾਂ ਦੀ ਸੇਵਾ ਕਰੂੰਗਾ। ਔਰ ਪਰਮਾਤਮਾ ਤੋਂ ਡਰ ਕੇ ਕਹਿਣਾ, ਉਮਰ ਤਾਂ ਰੱਬ ਨੂੰ ਪਤਾ ਕਿੰਨੀ ਹੈ, ਪਰ ਜਿੰਨੀ ਵੀ ਹੈਗੀ ਹੈ 20 ਸਾਲ ਹੋਵੇ 25 ਸਾਲ ਹੋਵੇ, ਜਦੋਂ ਤੱਕ ਖੁੰਡੀ ਫੜ ਕੇ ਜਾਂ ਬੰਦਾ ਨਾਲ ਤੁਰ ਕੇ ਨਾ ਤੁਰਨ ਜੋਗ ਰਹੇ ਹੋ, ਉਹਨਾਂ 'ਚ ਰਾਜਪੁਰੇ ਦੀ ਸੇਵਾ ਕਰੂੰਗਾ। ਖੱਬੇ ਸੱਜੇ ਕੋਈ ਜਾਣ ਵਾਲਾ ਮੇਰਾ ਕੋਈ ਮਨ ਨਹੀਂ ਹੈ। ਤੁਹਾਡਾ ਇੱਕ ਬਿਆਨ ਬੜਾ ਚਰਚਾ 'ਚ ਰਿਹਾ ਪਿੱਛੇ ਕਿ ਜੇ ਅਗਰ ਮੈਨੂੰ MLA ਬਣਾਉਂਦੇ ਹੋ ਤਾਂ ਮੁੱਖ ਮੰਤਰੀ ਫ੍ਰੀ ਹੈ।
ਇਹ ਕੀ ਕਾਰਨ ਹੈ ਜੀ? ਆਪਾਂ ਬਾਜ਼ਾਰ 'ਚ ਬੈਠੇ ਆ, ਸਾਹਮਣੇ ਵੀ ਕਿਤੇ ਤੁਸੀਂ ਨਿਗਾਹ ਮਾਰ ਲਓਗੇ ਤਾਂ ਜਿਵੇਂ ਜਿਹੜੀ ਦੁਕਾਨ 'ਚ ਬੈਠੇ ਆ ਸੁਸ਼ੀਲ ਦੀ 'ਚ, ਇੱਥੇ ਵੀ ਕੋਈ ਨਾ ਕੋਈ ਸਕੀਮ ਕਈ ਵਾਰੀ ਕੰਪਨੀਆਂ ਕੱਢਦੀਆਂ ਵੀ ਇੱਕ ਨਾਲ ਫਰੀ, 6 ਨਾਲ ਇੱਕ ਫਰੀ ਜਾਂ ਜੋ ਵੀ ਹੈ, ਕੋਈ ਨਾ ਕੋਈ ਕੰਪਨੀਆਂ ਹਮੇਸ਼ਾ ਸਕੀਮ ਕੱਢਦੀਆਂ। ਔਰ ਰਾਜਪੁਰੇ ਵਾਲਿਆਂ ਦੀ ਮੈਂ ਤਾਂ ਕਹਿੰਦਾ ਹੁੰਦਾ ਲਾਟਰੀ ਲੱਗੀ ਹੈ। ਉਹ ਲਾਟਰੀ ਕਿਵੇਂ ਲੱਗੀ ਹੈ ਕਿ ਲੋਕਾਂ ਨੇ ਜਿਤਾਉਣਾ ਤਾਂ MLA ਹੈ ਪਰ ਪਾਉਣਾ ਮੁੱਖ ਮੰਤਰੀ ਹੈ। ਮੁੱਖ ਮੰਤਰੀ ਕਿਵੇਂ ਹੈ ਕਿ ਤਾਕਤ ਵੀ 60 MLA ਦੀ ਮਿਲਣੀ ਹੈ, ਇੱਕ ਨਾਲ ਇੱਕ ਫਰੀ ਨਹੀਂ, ਇੱਕ ਨਾਲ 60 ਫਰੀ ਮਿਲਣੇ ਆ, ਕਿਉਂਕਿ 60 MLA ਨਾਲ ਮੁੱਖ ਮੰਤਰੀ ਜਿਹੜਾ ਹੈਗਾ ਉਹ ਬਣਦਾ। ਅਤੇ ਕਿਉਂਕਿ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਜਿੱਥੇ ਅੱਜ ਵੀ ਉਹਨਾਂ ਦਾ ਪੋਲੀਟੀਕਲ ਸੈਕਟਰੀ ਪੰਜਾਬ ਦੇ ਵਿੱਚ ਨਹੀਂ, ਸਾਰੇ ਪਾਰਟੀ ਦੇ ਵਿੱਚ ਮੈਂ ਇੱਕੋ ਹੀ ਹਾਂ। ਔਰ ਪਹਿਲਾਂ ਵੀ ਮੈਂ ਐਜ਼ OSD ਉਹਨਾਂ ਦੇ ਨਾਲ ਕੰਮ ਕਰਦੇ ਨੇ, ਮੇਰੇ 'ਤੇ ਬੜਾ ਭਰੋਸਾ ਕਰਦੇ ਆ। ਔਰ ਅੱਜ ਵੀ ਉਹਨਾਂ ਨੇ ਭਰੋਸਾ ਕਰਕੇ ਹੀ ਮੈਨੂੰ ਇੱਥੇ ਰਾਜਪੁਰੇ ਦੇ ਨਿਵਾਸੀਆਂ ਦੀ ਸੇਵਾ ਦੇ ਵਿੱਚ ਭੇਜਿਆ ਔਰ ਹਦਾਇਤਾਂ ਦੇ ਕੇ ਭੇਜਿਆ ਕਿ ਇਹ ਪੰਜਾਬ ਦੇ ਵਿੱਚੋਂ ਸਭ ਤੋਂ ਸ਼ਰੀਫ ਹਲਕਾ ਹੈ, ਇਸ ਕਰਕੇ ਕਿਸੇ ਨਾਲ ਉੱਚੀ ਆਵਾਜ਼ 'ਚ ਗੱਲ ਵੀ ਨਹੀਂ ਕਰਨੀ। ਅਤੇ ਉਸ ਭਰੋਸੇ ਨੂੰ ਨਾ ਮੈਂ ਅੱਜ ਤੱਕ ਕਦੇ ਟੁੱਟਣ ਦਿੱਤਾ। ਉਸੇ ਭਰੋਸੇ ਦੇ ਕਰਕੇ ਜਦੋਂ ਮੈਂ ਇੱਕ ਹੋਰ ਹਾਸੇ ਵਾਲੀ ਗੱਲ ਤੁਹਾਨੂੰ ਦੱਸ ਦਿੰਦਾ, ਜਦੋਂ ਤੁਸੀਂ ਇਹ ਪੁੱਛੀ ਹੈ, ਜਦੋਂ ਮੈਂ 7 ਕੁ ਦਿਨ ਇੱਥੇ ਗੇੜਾ ਲਾ ਕੇ ਗਿਆ ਤਾਂ ਮੈਂ ਹਾਲੇ ਤੱਕ ਬਹੁਤਾ ਹਾਲੇ ਸੈਟਿਸਫਾਈਡ ਨਹੀਂ ਸੀ, ਕਿਉਂਕਿ ਇਹ ਫੈਸਲਾ ਉਹਨਾਂ ਦਾ ਹੀ ਸੀ ਇੱਥੇ ਮੈਨੂੰ ਭੇਜਣਾ। ਤਾਂ ਜਦੋਂ ਮੈਂ ਕਿਹਾ ਜੀ ਕੋਈ ਨਹੀਂ, ਹਾਲੇ ਮਿਲ ਰਹੇ ਆ ਲੋਕਾਂ ਨੂੰ, ਠੀਕ ਚੱਲ ਰਿਹਾ ਲੱਗਦਾ, ਤਾਂ ਉਹਨਾਂ ਦੀ ਹਾਸੇ ਦੀ ਵਰਡਿੰਗ ਸੀ, ਕਹਿੰਦੇ ਯਾਰ ਉਹਨਾਂ ਨੂੰ ਦੱਸ ਵੀ ਦਫ਼ਤਰ ਦੇ ਕੰਮ ਤਾਂ ਸਾਰੇ ਉਹਨਾਂ ਦੇ ਵੀ ਮੈਂ ਕਰਦਾ ਅਤੇ ਤੁਹਾਨੂੰ ਕੰਮਾਂ ਦੀ ਕੀ ਫਿਕਰ ਹੈ। ਇਸ ਕਰਕੇ ਖੈਰ ਉਹ ਇਹ ਕੁਦਰਤੀ ਹੈ ਕਿ ਮੁੱਖ ਮੰਤਰੀ ਜਿਹੜੇ ਹੁੰਦੇ ਆ, ਡਿਪਟੀ ਮੁੱਖ ਮੰਤਰੀ ਹੁੰਦੇ ਆ, ਤਾਂ ਇਹਨਾਂ ਦੇ ਕੰਮ ਖੁਦ ਤਾਂ ਇਹਨਾਂ ਨੇ ਕੋਈ ਜਿਹੜੇ ਹੈਗੇ ਆ ਹੁਕਮ ਦੇਣਾ ਹੁੰਦਾ ਇਕੱਲਾ, ਅਤੇ ਕਰਨ ਵਾਲੇ ਤਾਂ ਸਾਡੇ ਵਰਗੇ ਹੀ ਹੋ ਸਕਦੇ ਆ, 2 ਹੋ ਸਕਦੇ ਆ, 4 ਹੋ ਸਕਦੇ ਆ, 5 ਹੋ ਸਕਦੇ ਆ। ਅਤੇ ਫਿਰ ਜਦੋਂ ਕਰਨ ਵਾਲਾ ਹੀ ਮੁੱਖ ਮੰਤਰੀ ਦਾ ਦਫ਼ਤਰ ਇੱਥੋਂ ਇਹ ਹੋਊਗਾ, ਮੈਂ ਤਾਂ ਕਹਿਣਾ ਕਿ ਜਿਤਾਉਣਾ MLA ਅਤੇ ਮਿਲਣਾ ਮੁੱਖ ਮੰਤਰੀ ਹੈ। ਅਤੇ ਫਿਰ ਜਦੋਂ ਮੁੱਖ ਮੰਤਰੀ ਦੇ ਦਫ਼ਤਰ 'ਚੋਂ ਨਾ ਅਸੀਂ ਕਿਸੇ ਤੋਂ ਕੁਛ ਪੁੱਛਣਾ ਅਤੇ ਨਾ ਦੱਸਣਾ, ਕਿਉਂਕਿ ਜੇ ਕਿਸੇ ਦੀ ਭਲਾਈ ਲਈ ਅਸੀਂ ਕੋਈ ਕਲਮ ਵਰਤਦੇ ਹਾਂ ਜਾਂ ਕੋਈ ਦਫ਼ਤਰ ਵਰਤਦੇ ਹਾਂ ਅਤੇ ਫਿਰ ਉਹਦੇ ਤਾਂ ਸਾਥ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਖੁਸ਼ੀ ਮਿਲਣੀ ਹੈ, ਕਿਹੜਾ ਕੋਈ ਇਸ ਗੱਲ ਦਾ ਨੁਕਸਾਨ ਹੋਣਾ ਕਿਸੇ ਸਟੇਟ ਨੂੰ। ਅਤੇ ਗੱਲ ਕਰੀਏ ਅਗਰ ਡਿਪਟੀ CM ਦੀ, ਤਾਂ ਅਕਾਲੀ ਦਲ ਵੱਲੋਂ ਇੱਕ ਦਲਿਤ ਅਤੇ ਇੱਕ ਹਿੰਦੂ ਚਿਹਰੇ ਨੂੰ ਜਿਹੜਾ ਹੈ ਡਿਪਟੀ CM ਬਣਾਉਣ ਦੀ ਘੋਸ਼ਣਾ ਕੀਤੀ ਗਈ ਹੈ। ਤਾਂ 18 ਦਲਿਤ ਜਿਹੜੇ ਹੈ ਚੁਣਾਵ ਲੜ ਰਹੇ ਹੈ, 18 ਨੂੰ ਕਿੱਦਾਂ ਬਣਾਓਗੇ ਜੀ? ਬਗਾਵਤ ਨਹੀਂ ਹੋਏਗੀ? ਨਹੀਂ, ਐਸੀ ਗੱਲ ਨਹੀਂ ਹੁੰਦੀ। ਐਂ ਤਾਂ 60 ਚੋਂ ਇੱਕ ਮੁੱਖ ਮੰਤਰੀ ਬਣਨਾ ਹੈ। ਜੇ ਐਂ ਬਗਾਵਤ ਹੁੰਦੇ, ਪਾਰਟੀਆਂ ਦੇ ਜ਼ਾਬਤੇ ਹੁੰਦੇ ਆ, ਪਾਰਟੀਆਂ ਦੇ ਜ਼ਾਬਤੇ 'ਚ ਰਹਿ ਕੇ, ਜਿਵੇਂ ਮੈਂ ਹੁਣੇ ਤੁਹਾਨੂੰ ਗੁਜ਼ਾਰਿਸ਼ ਕੀਤੀ ਹੈ, ਸੁਰਜੀਤ ਸਿੰਘ ਗੜੀ ਸਾਹਿਬ, ਰਾਣਾ ਸਾਹਿਬ, ਇਹ ਸਾਰੇ ਨਾਲ ਹੀ ਚੱਲਣਗੇ। ਇਹ ਪਾਰਟੀਆਂ ਦੇ ਜ਼ਾਬਤੇ ਹੁੰਦੇ ਆ। ਔਰ ਦਲਿਤ ਦੇ ਵਿੱਚੋਂ ਉਪ ਮੁੱਖ ਮੰਤਰੀ ਬਣਨਾ ਔਰ ਖਾਸ ਕਰਕੇ ਹਿੰਦੂ ਭਰਾਵਾਂ ਦੇ ਵਿੱਚ ਉਪ ਮੁੱਖ ਮੰਤਰੀ ਬਣਨਾ, ਮੈਂ ਸਮਝਦਾ ਕਿ ਇਹ ਇੱਕ ਭਾਵੇਂ ਪੰਜਾਬ ਦੀ ਸਿਆਸਤ ਦੇ ਵਿੱਚ ਜਾਂ ਪੰਜਾਬ ਦੀ ਧਰਤੀ ਦੇ ਉੱਤੇ ਕਦੇ ਵੀ ਕੋਈ ਐਸਾ ਮੁੱਦਾ ਨਹੀਂ ਬਣਿਆ ਕਿ ਜੇ ਕੋਈ ਆਪਾਂ ਕਹੀਏ ਜ਼ਾਤ ਬਰਾਦਰੀ ਦੇ ਆਧਾਰ 'ਤੇ ਕਦੇ ਵੀ ਕੋਈ ਦੰਗਾ ਫਸਾਦ ਜਾਂ ਕੋਈ ਮਾੜਾ ਕਾਲਾ ਦੌਰ ਵੀ ਆਪਾਂ ਦੇਖਿਆ ਕਦੇ ਨਹੀਂ ਰਿਹਾ। ਪਰ ਇਹ ਮੈਂ ਸਮਝਦਾ ਕਿ ਇੱਕ ਕੁਦਰਤੀ ਗੱਲ ਹੈ ਕਿ ਬਹੁਤਾਤ ਸਿੱਖ ਜਿਹੜਾ ਹੈਗਾ ਸੂਬਾ ਹੈਗਾ, ਅਤੇ ਕਿਤੇ ਨਾ ਕਿਤੇ ਸਾਡੇ ਹਿੰਦੂ ਭਰਾਵਾਂ ਨੂੰ, ਦਲਿਤ ਭਰਾਵਾਂ ਨੂੰ ਇਹ ਨਾ ਲੱਗੇ ਕਿ ਸਾਨੂੰ ਕਿਉਂ ਨਹੀਂ ਬਰਾਬਰ ਦਾ ਮਤਲਬ ਸਮਝਿਆ ਜਾਂਦਾ। ਇਹ ਇੱਕ ਮਾਣ ਸਤਿਕਾਰ ਦੇਣ ਵਾਲੀ ਗੱਲ ਹੈ। ਹਾਲਾਂਕਿ ਮੰਤਰੀ ਪਹਿਲਾਂ ਵੀ ਹੁੰਦੇ ਹੀ ਹੈ ਵਿੱਚ, ਪਹਿਲਾਂ ਵੀ ਕਿਹੜਾ ਨਹੀਂ ਹੁੰਦੇਗੇ। ਇਸ ਕਰਕੇ ਇਹ ਮਾਣ ਸਤਿਕਾਰ ਦੇਣ ਵਾਲੀ ਗੱਲ ਹੈ। ਔਰ ਮੈਂ ਸਮਝਦਾ ਸਾਧ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਵੱਡਾ ਫੈਸਲਾ ਹੈ ਔਰ ਇਸ ਚੀਜ਼ ਨੂੰ ਸਾਰੇ ਖਿੱਤਿਆਂ ਦੇ ਵਿੱਚ ਸਰਾਹਨਾ ਹੀ ਮਿਲੀ ਹੈ, ਬਹੁਤ ਜ਼ਿਆਦਾ ਸਰਾਹਨਾ ਮਿਲੀ ਹੈ। ਮੇਰੇ ਖਿਆਲ ਤੁਸੀਂ ਵੀ ਇਸ ਗੱਲ ਨਾਲ ਸ਼ਾਇਦ ਸਹਿਮਤ ਹੋਵੋਗੇ। ਜੇ ਅੱਜ ਗੱਲ ਕਰੀਏ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨ ਕੀਤੇ ਗਏ ਹੈ, ਕੀ ਐਲਾਨ ਹੈ? ਕਿਉਂਕਿ 400 ਜਿਹੜੀ ਯੂਨਿਟ ਬਿਜਲੀ ਹੈ ਉਹ ਫ੍ਰੀ ਦੇਣ ਦਾ ਇੱਕ ਵਾਅਦਾ ਕੀਤਾ ਗਿਆ, ਉਹਦੇ ਨਾਲ ਹੋਰ ਵੀ ਕਈ ਵਾਅਦੇ ਹੈ। ਕੀ ਇਹੋ ਜਿਹੇ ਵਾਅਦੇ ਹੈ ਜਿਹੜੇ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੇ ਸਰਕਾਰ ਆਉਣ ਤੋਂ ਬਾਅਦ ਕੀਤੇ ਜਾਣਗੇ? ਵਿਜੇ ਜੀ, ਮੈਂ ਇੱਕ ਗੱਲ ਬੇਨਤੀ ਕਰਾਂ ਕਿ ਵਾਅਦੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤੇ ਸੀ, ਅਤੇ ਵਾਅਦੇ ਉਹ ਦਿੱਲੀ ਵਾਲਾ ਠੱਗ ਵੀ ਕਰਕੇ ਜਾਂਦਾ ਰਿਹਾ, ਪਹਿਲਾਂ ਵੀ ਕਰਕੇ ਗਿਆ, ਪਿਛਲੇ ਇਲੈਕਸ਼ਨ ਤੋਂ ਪਹਿਲਾਂ ਵੀ, ਔਰ ਇਸ ਇਲੈਕਸ਼ਨ 'ਚ ਵੀ ਉਹਨੇ ਆਪਦਾ ਪਟਾਰਾ ਖੋਲ੍ਹਣਾ ਸ਼ੁਰੂ ਕਰਤਾ ਸੀਗਾ। ਇੱਕ ਹੁੰਦੇ ਆ ਸੋਚ ਸਮਝ ਕੇ ਵਾਅਦੇ ਕਰਨੇ, ਇੱਕ ਹੁੰਦੇ ਆ ਕਿ ਇਕੱਲੀ ਠੱਗੀ ਮਾਰਨ ਲਈ ਵਾਅਦੇ ਕਰਨੇ। ਕੈਪਟਨ ਸਾਹਿਬ ਨੇ ਠੱਗੀ ਮਾਰਨ ਲਈ ਕੀਤੇ, ਔਰ ਕੈਪਟਨ ਸਾਹਿਬ ਦੇ ਮੈਨੀਫੈਸਟੋ ਨਾਲੋਂ ਵੱਡਾ ਮੈਨੀਫੈਸਟੋ ਸੀ ਆਮ ਆਦਮੀ ਪਾਰਟੀ ਦਾ। ਜੇ ਤੁਸੀਂ ਕੱਢ ਕੇ ਦੇਖੋ ਤਾਂ ਉਹਨਾਂ ਨੂੰ ਬੜੇ ਵਾਰੀ ਅਸੀਂ ਵੀ ਪੁੱਛਦੇ ਰਹੇ ਵੀ ਦੱਸ ਤਾਂ ਦਿਓ ਵੀ ਤੁਸੀਂ ਕਿਵੇਂ ਪੂਰਾ ਕਰਨਾ ਸੀ, ਪਰ ਕੋਈ ਜਵਾਬ ਨਹੀਂ ਹੁੰਦਾ ਸੀ। ਅੱਜ ਜਿਹੜਾ ਸਾਧ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਐਲਾਨ ਕੀਤੇ ਆ, ਮੈਂ ਇੱਕ ਵਾਰੀ ਪੜ੍ਹ ਕੇ ਜਦੋਂ ਜ਼ਰੂਰ ਸੁਣਾਊਂਗਾ ਕਿ ਨੀਲੇ ਕਾਰਡ ਵਾਲੇ ਜਿੰਨੇ ਵੀ ਲੋਕ ਹੈ, ਜਿਨ੍ਹਾਂ ਨੂੰ ਨੀਲੇ ਕਾਰਡ ਦੀ ਫੈਸਿਲਿਟੀ ਹੈਗੀ ਆ, 2000 ਹਰੇਕ ਮਹਿਲਾ ਨੂੰ ਇੱਕ ਮਹੀਨੇ ਦਾ ਜਿਹੜਾ ਹੈਗਾ ਇੱਕ ਭੱਤਾ, ਵਿੱਤੀ ਭੱਤਾ ਜਿਹੜਾ ਉਹ ਦਿੱਤਾ ਜਾਣਾ। ਡੀਜ਼ਲ ਦਾ ਰੇਟ ਜਿਹੜਾ ਵੈਟ ਦੂਜਾ ਤੀਜਾ ਬਹੁਤ ਜ਼ਿਆਦਾ ਮਹਿੰਗਾ ਹੈ, ਅਤੇ ਕਿਸਾਨ ਨੇ ਜਿਹੜਾ ਖੇਤੀ ਦੇ ਲਈ ਡੀਜ਼ਲ ਵਰਤਣਾ ਉਹਦੇ ਲਈ 10 ਰੁਪਏ ਪ੍ਰਤੀ ਲੀਟਰ ਜਿਹੜਾ ਹੈਗਾ ਉਹ ਸਸਤਾ ਡੀਜ਼ਲ ਜਿਹੜਾ ਉਹ ਦੇਣਾ। 400 ਯੂਨਿਟ ਬਿਜਲੀ ਦਾ ਹੋ ਗਿਆ, ਜਿਹਦੇ 'ਚ ਮੈਂ ਸਮਝਦਾ ਕਿ ਜੇ ਬਿੱਲ ਸਾਈਕਲ ਜਿਹੜਾ ਸਾਡੇ 2 ਮਹੀਨਿਆਂ ਦਾ ਹੈਗਾ ਤਾਂ ਉਹ 2 ਮਹੀਨੇ 'ਚ 800 ਯੂਨਿਟ ਹੋ ਗਿਆ, ਪਰ 400 ਯੂਨਿਟ ਪ੍ਰਤੀ ਮਹੀਨਾ ਬਿੱਲ ਜਿਹੜਾ ਉਹ ਨਹੀਂ ਆਏਗਾ।
400 ਦੀ ਬਜਾਏ ਜੇ 450 ਹੁੰਦਾ, 405 ਹੁੰਦੀਆਂ, 475 ਹੁੰਦੀਆਂ ਤਾਂ ਉਤਲੀਆਂ 75 ਜਾਂ 50 ਦਾ ਬਿੱਲ ਆਏਗਾ। 400 ਉਹਦੇ 'ਚ ਵੀ ਫ੍ਰੀ ਹੋਏਗਾ ਹੀ ਹੋਏਗਾ। 400 ਤੇ 400 800 ਦੋ ਬਿੱਲਾਂ ਦੇ ਵਿੱਚ। ਇੱਕ ਸਭ ਤੋਂ ਵੱਡੀ ਮੈਂ ਸਮਝਦਾ ਕਿ ਪਿਛਲੇ ਵਾਰੀ ਅਸੀਂ ਸਕੀਮ ਸ਼ੁਰੂ ਕੀਤੀ ਸੀ ਜਿਹੜਾ 50,000 ਰੁਪਏ ਤੱਕ ਦਾ ਮੁਫਤ ਇਲਾਜ ਸੀਗਾ, ਔਰ ਭਾਈ ਕਨਈਆ ਸਕੀਮ ਦੇ ਨਾਂ ਥੱਲੇ ਸ਼ੁਰੂ ਕੀਤੀ ਸੀ, ਤਾਂ ਉਹ ਬੜੀ ਕਾਮਯਾਬ ਹੋ ਨਿਬੜੀ ਸੀ। ਅੱਜ ਸਰਕਾਰ ਨੇ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਜੇ ਬਣਦੀ ਹੈ, ਉਹਨਾਂ ਨੇ ਐਲਾਨ ਕੀਤਾ ਕਿ ਮੇਰੀ ਸਰਕਾਰ ਬਣਦੀ ਹੈ ਤੇ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ। ਮੁਫਤ ਇਲਾਜ ਦੇ ਵਿੱਚ ਕੀ ਹੈ, ਭਾਵੇਂ ਡਾਇਲਿਸਿਸ ਹੋਵੇ, ਭਾਵੇਂ ਕੋਈ ਆਪਰੇਸ਼ਨ ਹੋਵੇ, ਭਾਵੇਂ ਕੋਈ ਟੈਸਟ ਹੋਣ ਤੇ ਹਸਪਤਾਲ ਵੀ ਕੋਈ ਹੋਵੇ, ਇਹ ਸਾਰੀ ਦੀ ਸਾਰੀ ਖੁੱਲ੍ਹੀ ਛੋਟ ਦੇ ਕੇ 10 ਲੱਖ ਰੁਪਏ ਤੱਕ ਦਾ ਇਲਾਜ ਹਰੇਕ ਬੰਦੇ ਦਾ ਜਿਹੜਾ ਹੈਗਾ ਉਹ ਸਰਕਾਰ ਉਹਦੀ ਇੰਸ਼ੋਰੈਂਸ ਦੇਊਗੀ ਤੇ ਮੁਫਤ ਕਰਾਇਆ ਜਾਏਗਾ। ਔਰ ਜਿਹੜੀ ਇਸ ਟਾਈਮ ਸਾਡੇ ਦੌੜ ਲੱਗੀ ਹੈ, ਜਿਹੜੇ ਸਾਡੇ ਬੱਚੇ ਵਿਦੇਸ਼ਾਂ 'ਚ ਜਾ ਕੇ ਵਸਦੇ ਆ, ਪੜ੍ਹਦੇ ਆ, ਉਹਨਾਂ ਦੇ ਲਈ ਕਈਆਂ ਦੇ ਹਾਲਾਤ ਐਸੇ ਹੁੰਦੇ ਆ ਕਿ ਬੱਚਾ ਜਿੱਦ ਕਰਦਾ ਕਿ ਮੈਂ ਬਾਹਰ ਜਾਣਾ ਹੀ ਜਾਣਾ, ਅਤੇ ਕਈਆਂ ਦੇ ਐਸੇ ਹੁੰਦੇ ਆ ਕਿ ਕੋਈ ਪ੍ਰੋਪਰਟੀ ਜਾਇਦਾਦ ਵੀ ਨਹੀਂ ਹੁੰਦੀ ਅਤੇ ਲੋਕਾਂ ਦੇ ਘਰਾਂ ਤੱਕ ਗਹਿਣੇ ਪੈ ਜਾਂਦੇ ਆ ਜਾਂ ਘਰ ਵੇਚਣ ਤੱਕ ਦੀ ਨੌਬਤ ਆਉਂਦੀ ਹੈ ਜੇ ਬਾਹਰ ਪੜ੍ਹਨ ਲਈ। ਸਾਥ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਦੀ ਹੈ, 10 ਲੱਖ ਰੁਪਈਆ ਬਿਨਾਂ ਵਿਆਜ ਤੋਂ ਜਿਹੜਾ ਹੈਗਾ ਉਹ ਦਿੱਤਾ ਜਾਊਗਾ, ਔਰ 3 ਸਾਲ ਉਹਦਾ ਪੀਰੀਅਡ ਹੋਊਗਾ ਕਿ ਉਹ ਆਪਦੀ ਪੜ੍ਹਾਈ ਪੂਰੀ ਕਰੇ। 3 ਸਾਲਾਂ ਬਾਅਦ 7 ਸਾਲਾਂ ਦੇ ਵਿੱਚ ਸਿਰਫ ਮੂਲ ਮੋੜਨਾ ਹੈ ਅਤੇ ਵਿਆਜ ਉਹਦਾ ਸਿਰਫ ਸਰਕਾਰ ਭਰੂਗੀ। ਇਹ ਵੀ ਬਹੁਤ ਵੱਡੀ ਨੌਜਵਾਨਾਂ ਲਈ ਮੈਂ ਸਮਝਦਾ ਜਿਹੜੀ ਇਹ ਠੱਗੀ ਮਾਰਨ ਲਈ ਹੁੰਦਾ ਕਿ ਅਸੀਂ ਘਰ ਘਰ ਨੌਕਰੀ ਦੇ ਦਾਂਗੇ। ਘਰ ਘਰ ਨੌਕਰੀ ਕਿਵੇਂ ਦਿੱਤੀ ਜਾ ਸਕਦੀ ਹੈ, ਐਵੇਂ ਝੂਠ ਬੋਲ ਦਿਓ। ਆਹ ਹੈ ਜਿਹੜੇ ਅਸਲੀ ਰਸਤੇ ਪਾਉਣ ਵਾਲੀਆਂ ਗੱਲਾਂ ਹੈ ਕਿ ਜਿਹੜੇ ਪਾਸੇ ਨੂੰ ਲੋਕ ਜਾਣਾ ਚਾਹੁੰਦੇ ਆ। ਇਹ ਸੈਗਰੀਗੇਟ ਕਰਤਾ। ਮੈਂ 3-4 ਖਿੱਤੇ ਨੌਜਵਾਨਾਂ ਨਾਲ ਸੰਬੰਧ ਦੱਸੂਗਾ। ਇਸੇ ਤਰ੍ਹਾਂ 1 ਲੱਖ ਨੌਕਰੀ ਸਰਕਾਰੀ ਦੇਣ ਦਾ, ਕਿਉਂਕਿ ਕੁਦਰਤੀ ਗੱਲ ਹੈ ਕਿ ਹਰ 5 ਸਾਲਾਂ 'ਚ 1 ਲੱਖ ਨੌਕਰੀ ਰਿਟਾਇਰਮੈਂਟ ਆਉਂਦੀ ਆ, ਉਹ ਦੇਵਾਂਗੇ। 10 ਲੱਖ ਨੌਕਰੀ ਜਿਹੜੇ ਇਨਡਾਇਰੈਕਟਲੀ ਜਿਹੜੀ ਇਨਵੈਸਟਮੈਂਟ ਹੁੰਦੀ ਹੈ ਪੰਜਾਬ ਦੇ ਵਿੱਚ, ਜੇ ਤੁਸੀਂ ਮਿਹਨਤ ਕਰਕੇ ਲੈ ਕੇ ਆਓ, ਹੁਣ ਵਾਲੇ ਮੁੱਖ ਮੰਤਰੀ ਵਾਂਗੂ ਨਹੀਂ, ਐਕਚੁਅਲ ਦੇ ਵਿੱਚ ਜਿਵੇਂ ਇਨਫੋਸਿਸ ਅਤੇ ਦੂਸਰੇ ਤੀਸਰੇ ਅਸੀਂ ਵੱਡੀਆਂ ਕੰਪਨੀਆਂ ITC ਵਗੈਰੀਆਂ ਲੈ ਕੇ ਆਉਂਦੀਆਂ, ਜੇ ਸਹੀ ਕਰੋ ਤਾਂ 10 ਲੱਖ ਨੌਕਰੀਆਂ ਜਿਹੜੀਆਂ ਇਨਡਾਇਰੈਕਟਲੀ ਜਿਹੜੀਆਂ ਪ੍ਰਾਈਵੇਟ ਹੈ ਉਹ ਦੇਵਾਂਗੇ। ਔਰ ਜਿਹੜਾ ਸਭ ਤੋਂ ਵੱਡੀ ਗੱਲ ਹੈਗੀ ਹੈ, ਜਿਹੜੀਆਂ ਨੌਕਰੀਆਂ ਦੇ ਵਿੱਚ 50% ਮਹਿਲਾਵਾਂ ਨੂੰ, ਪ੍ਰਾਈਵੇਟ ਜਿਹੜੇ ਉਦਯੋਗ ਲੱਗਦੇ ਆ, ਆਪਣੇ ਪ੍ਰਾਈਵੇਟ ਆਪਣਾ ਲਾ ਲੇ ਕੋਈ ਬੰਦਾ, ਕੋਈ ਬਾਹਰੋਂ ਆ ਕੇ ਲਾ ਲੇ, ਉਹਦੇ ਕਰਤਾ ਕਿ ਪੰਜਾਬ ਦੇ ਲੋਕਾਂ ਲਈ 75% ਰਿਜ਼ਰਵ ਕਰਤੀਆਂ। 25% ਕੋਈ ਟੈਕਨੀਕਲ ਬੰਦੇ ਦੂਜੇ ਤੀਜੇ ਕੋਈ ਬਾਹਰੋਂ ਲਿਆ ਸਕਦਾ ਬੰਦਾ ਜੇ ਕੋਈ ਲੋੜ ਹੈ, ਪਰ 75% ਪੰਜਾਬ ਵਾਲਿਆਂ ਨੂੰ ਕਰਕੇ ਦੇਣੀਆਂ ਪੈਣੀਆਂ। ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਵਿਜੇ ਜੀ ਬੇਨਤੀ ਕਰਾਂ ਕਿ ਕੀਤੀ ਹੈ ਅੱਜ, ਕਿ ਜਿਹੜੇ ਮੈਡੀਕਲ ਕਾਲਜ, ਇੰਜੀਨੀਅਰ ਕਾਲਜ, ਦੂਜੇ ਤੀਜੇ ਜਿਹੜੇ ਵੀ ਇਹ ਪੜ੍ਹਾਈ ਦੇ ਲਈ ਹੁੰਦੇ ਆ, ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਉਹ ਲੋਕ ਹੁੰਦੇ ਆ ਕਈ ਵਾਰੀ ਜਿਹੜੇ ਵਿਚਾਰੇ ਪੜ੍ਹਾ ਨਹੀਂ ਸਕਦੇ ਪ੍ਰਾਈਵੇਟਾਂ ਦੇ ਵਿੱਚ, 33% ਬੱਚੇ ਉਹਨਾਂ ਸਰਕਾਰੀ ਸਕੂਲਾਂ 'ਚੋਂ ਜਿਹੜੇ ਆਉਣਗੇ ਉਹਨਾਂ ਲਈ ਸੀਟਾਂ ਜਿਹੜੀਆਂ ਉਹ ਰਾਖਵੀਆਂ ਜਿਹੜੀਆਂ ਕੀਤੀਆਂ ਗਈਆਂ। ਇਸੇ ਤਰ੍ਹਾਂ ਜਿਹੜੇ ਛੋਟੇ ਅਤੇ ਮੀਡੀਅਮ ਉਦਯੋਗਾਂ ਨੂੰ 5 ਰੁਪਏ ਫ੍ਰੀ ਬਿਜਲੀ ਦੀ ਗੱਲ ਕੀਤੀ ਆ। ਔਰ ਦੂਜੀ ਗੱਲ, ਜੇ ਕੋਈ ਇੰਡਸਟਰੀ ਹੈ ਅਤੇ ਕੋਈ ਦੂਰ ਜ਼ਮੀਨ ਲੈ ਕੇ ਅਤੇ ਆਪਦਾ ਸੋਲਰ ਪਲਾਂਟ ਲਾ ਕੇ ਅਤੇ ਬਿਜਲੀ ਮੁਫਤ ਦੀ ਵਰਤਣਾ ਚਾਹੁੰਦਾ ਹੈ, ਉਹਦੇ ਲਈ ਜਿਹੜੀ ਟਰਾਂਸਮਿਸ਼ਨ ਦੇ ਲਈ ਜਿਹੜੀਆਂ ਤਾਰਾਂ ਹੈ ਜਾਂ ਗ੍ਰਿਡ ਹੈ ਜਾਂ ਜਿਹੜੀ ਚੀਜ਼ ਵਰਤਣੀ ਚਾਹੁੰਦਾ ਹੈ, ਸਰਕਾਰ ਨੇ ਉਹ ਫ੍ਰੀ ਦੇਣੀ ਕਰ ਲਈ। ਹੁਣ ਕਿੱਡੀ ਵੱਡੀ ਸਹੂਲਤ ਹੈ ਕਿ ਮੰਨ ਲਓ ਜ਼ਮੀਨ 10 ਲੱਖ ਰੁਪਏ ਦੀ ਕਿਤੇ ਕੋਈ ਮਿਲਦੀ ਹੈ, ਉੱਥੇ ਲੈ ਕੇ ਅਤੇ ਪਲਾਂਟ ਲਾਤਾ, ਜਿਹੜਾ ਵੀ ਇੰਡਸਟਰੀਲਿਸਟ ਨੂੰ ਉਹਨੂੰ ਬਿਜਲੀ ਤਾਂ ਮੁਫਤ ਮਿਲਣ ਲੱਗ ਗਈ। 1 ਟਾਈਮ ਜਿਹੜੀ ਹੈਗੀ ਇਨਵੈਸਟਮੈਂਟ ਹੈਗੀ ਹੈ, ਉਦੋਂ ਬਾਅਦ ਉਹਨੂੰ ਹੁੰਦਾ ਕਿ ਉਹ ਜਿਹੜੇ ਤਾਰਾਂ ਲਈ ਅਤੇ ਹੋਰ ਵੀ ਬੜੇ ਖਰਚੇ ਪੈ ਸਕਦੇ ਆ, ਅਤੇ ਉਹ ਸਰਕਾਰ ਨੇ ਦੇਣੀਆਂ ਕਰ ਲਈਆਂ ਕਿ ਮੁਫਤ ਦੇ ਵਿੱਚ ਲਾ ਸਕਦੇ ਆ ਤੁਸੀਂ ਜੇ ਇਸ ਕਿਸਮ ਦੀ ਬਿਜਲੀ ਹੈਗੀ। ਇਸੇ ਤਰ੍ਹਾਂ ਜਿਹੜੇ ਠੇਕਾ ਮੁਲਾਜ਼ਮ ਹੈਗੇ ਆ ਜਾਂ ਕੱਚੇ ਕਰਮਚਾਰੀ ਹੈਗੇ ਆ, ਸਫਾਈ ਕਰਮਚਾਰੀ ਦੂਜੇ ਤੀਜੇ ਸਾਰੇ ਲਾ ਕੇ ਇਹ ਵੀ ਜਿਹੜੇ ਆ ਪੱਕੇ ਕੀਤੇ ਜਾਣਗੇ। ਅਸੀਂ ਪਿਛਲੇ ਵਾਰੀ ਵੀ ਕਾਨੂੰਨ ਬਣਾ ਕੇ ਗਏ ਸੀ। ਇਸੇ ਤਰ੍ਹਾਂ ਜਿਹੜੀ ਸਕਾਲਰਸ਼ਿਪ ਹੈ ਜਿਹੜੇ ਗਰੀਬ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਜਾਂ ਦੂਜੇ ਤੀਜੇ, ਇਹ ਸਾਰੀਆਂ ਚੀਜ਼ਾਂ ਦੇ ਲਈ ਤਰਕਸੰਗਤ ਕਰਕੇ ਇਹ ਕੀਤਾ ਜਾਊਗਾ। ਔਰ ਮੈਡੀਕਲ ਕਾਲਜ ਖੋਲ੍ਹ ਕੇ ਉਹਦੇ 'ਚ ਇਸ ਕਿਸਮ ਦਾ, ਤਾਂ ਕਿ ਅੱਜ ਹਾਲਾਤ ਕੀ ਹੈ, ਅੱਜ ਤੁਸੀਂ ਡਾਕਟਰ ਦਾ ਇਸ਼ਤਿਹਾਰ ਦੇ ਦਿਓ, ਡਾਕਟਰ ਹੀ ਨਹੀਂ ਆਉਂਦਾ ਕੋਈ। ਕਿਉਂ ਨਹੀਂ ਆਉਂਦਾ? ਕਿਉਂਕਿ ਜੇ 1.5 2 ਕਰੋੜ ਰੁਪਏ ਕਿੰਨੇ ਖਰਚ ਕੇ ਆਉਂਦੇ ਆ ਅਤੇ ਫਿਰ ਉਹ ਸਰਕਾਰੀ ਨੌਕਰੀ ਦੇ ਨੇੜੇ ਤੇੜੇ ਨਹੀਂ ਜਾਂਦੇਗੇ। ਇਸ ਕਿਸਮ ਦੀਆਂ ਸਿਕਿਉਰ ਕਰਕੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਫੈਸਿਲਿਟੀ ਮਿਲੇ। ਸਾਥ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇੱਕ ਨਾਅਰਾ ਦਿੱਤਾ ਕਿ ਪਿਛਲੇ ਵਾਰੀ ਮੇਰਾ ਫੋਕਸ ਸੀ ਕਿ ਮੈਂ ਬਿਜਲੀ ਅਤੇ ਸੜਕਾਂ ਦਾ ਜਿਹੜਾ ਹੈਗਾ ਸੁਧਾਰ ਕਰਨਾ ਹੈ। ਇਸ ਵਾਰੀ ਮੇਰਾ ਫੋਕਸ ਹੈ ਕਿ ਮੈਂ ਐਜੂਕੇਸ਼ਨ, ਪੜ੍ਹਾਈ ਅਤੇ ਸਿਹਤ ਦੇ ਜਿਹੜਾ ਮਹਿਕਮਾ ਜਾਂ ਸਿਹਤ ਦੇ ਜਿਹੜੇ ਪਿੱਲਰ ਹੈ ਉਹਨਾਂ ਨੂੰ ਤਕੜੇ ਕਰਕੇ ਕਰਨਾ। ਔਰ ਇਹ ਕਰਕੇ ਦਿਖਾਇਆ। ਪਿਛਲੇ ਵਾਰੀ ਵੀ ਜੇ ਤੁਸੀਂ ਦੇਖੋ ਨਾ, ਮੈਂ 1-2 ਜਗ੍ਹਾ ਸ਼ਾਇਦ ਗਲਤ ਕੋਡ ਕਰ ਗਿਆ ਸੀ ਕਿ 23ਵੀਂ ਥਾਂ 'ਤੇ ਸੀ ਐਜੂਕੇਸ਼ਨ, 23 ਨਹੀਂ ਸੀ, 17ਵੇਂ ਥਾਂ 'ਤੇ ਸੀ, ਅਤੇ 17ਵੇਂ ਥਾਂ ਤੋਂ 78,000 ਟੀਚਰ ਭਰਤੀ ਕਰਕੇ ਪਿਛਲੀ 10 ਸਾਲਾਂ ਦੀ ਸਰਕਾਰ 'ਚ ਤੀਸਰੇ ਥਾਂ 'ਤੇ ਲੈ ਕੇ ਆਇਆ ਸੀ। ਅਤੇ ਜਿਹੜਾ ਹੈਲਥ ਸੀ, ਉਸ ਮੈਂ ਪਿੱਛੇ ਸ਼ਾਇਦ ਇੱਕ ਫਿਗਰ ਗਲਤ, ਸ਼ਾਇਦ ਕੱਕੜ ਸਾਹਿਬ ਨਾਲ ਹੀ ਮੈਂ ਬੋਲ ਗਿਆ ਸੀ, ਉਹ ਸ਼ਾਇਦ 23ਵੇਂ ਥਾਂ 'ਤੇ ਸੀ, 23ਵੇਂ ਥਾਂ ਤੋਂ 5ਵੇਂ ਥਾਂ 'ਤੇ ਲੈ ਕੇ ਆਉਂਦਾ ਸੀ। ਇਸ ਕਰਕੇ ਇਹ ਪੈਮਾਨੇ ਵੀ ਡਾਕਟਰ ਮਨਮੋਹਨ ਸਿੰਘ ਨੇ ਜਾਰੀ ਕੀਤੇ ਸੀ, ਅਸੀਂ ਤਾਂ ਕੀਤੇ ਨਹੀਂ। ਇਸ ਕਰਕੇ ਜੇ ਤੁਸੀਂ ਕੰਮ ਕਰਦੇ ਹੋ
ਤਾਂ ਕੰਮ ਜਿਹੜਾ ਹੈਗਾ ਉਹ ਦਿਖਦਾ ਹੈ ਤੁਹਾਨੂੰ। ਅੱਜ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋਈ ਸੀ, ਸਰਕਾਰ ਸਾਡੀ ਤੀਜੀ ਵਿਜੇ ਜੀ ਆਰਾਮ ਨਾਲ ਬਣਨੀ ਸੀ। ਅਸੀਂ ਸਾਰਾ ਕੁਝ ਜਿਵੇਂ ਟੀਵੀ ਦੇਖਦੇ ਨਾ, ਹਰ ਰੋਜ਼ ਹਰ ਹਲਕੇ ਦੀ ਰਿਪੋਰਟ ਇੱਦਾਂ ਦੇਖਦੇ ਸੀ, ਪਰ ਉਹ ਸਾਡੇ ਵਿਰੋਧੀ ਐਡੇ ਛਾਤਰ ਨਿਕਲੇ। ਇਹਦੀ ਭਾਵੇਂ ਹਾਲੇ ਤੱਕ ਜਾਂਚ ਲੱਗ ਕੇ ਸਿਰੇ ਤਾਂ ਨਹੀਂ ਹੋਈ ਵੀ ਇਹਦੇ ਪਿੱਛੇ ਕੀ ਸੀਗਾ, ਪਰ ਇੱਕ ਜੇ ਕੋਈ ਵਾਰਦਾਤ ਹੁੰਦੀ ਹੈ ਨਾ, ਜੇ ਤੁਸੀਂ ਚੰਗਾ ਥਾਣੇਦਾਰ, ਜੇ ਕੋਈ ਚੰਗਾ ਵਕੀਲ, ਡੀਏ ਕੋਈ ਸੁਣ ਲਓ, ਤਾਂ ਉਹ ਜਦੋਂ ਕੋਈ ਕਿਸੇ ਵਾਰਦਾਤ ਹੁੰਦੀ ਹੈ ਤਾਂ ਉਹਦੇ ਪਿੱਛੇ ਇੱਕ ਸ਼ਬਦ ਹੁੰਦਾ ਕਿ ਵਜ੍ਹਾ ਰੰਜਿਸ਼ ਕੀ ਸੀ ਤੇ ਉਹਦਾ ਬੈਨੀਫਿਟ ਕਿਹਨੂੰ ਜਾ ਰਿਹਾ। ਮੰਨ ਲਓ ਕੋਈ ਮੁਲਾਜ਼ਮ ਹੈ ਤੇ ਪੈਸੇ ਇੱਥੋਂ ਵੀ ਫੜੇ ਗਏ ਇਸ ਕਾਊਂਟਰ 'ਚੋਂ ਵੀ, ਤਾਂ ਉਹ ਪੈਸੇ ਕਿਹਦੇ ਲਈ ਸੀ, ਨਾਲ ਪਰਚਾ ਉਹਦੇ 'ਤੇ ਵੀ ਹੋਣਾ। ਹੁਣ ਸਵਾਲ ਇਹ ਆ ਵੀ ਇਹ ਜਿਹੜੀਆਂ ਉਸ ਵੇਲੇ ਧਾਰਮਿਕ ਆਧਾਰ ਦੇ ਮੁੱਦੇ ਠਾਏ ਗਏ, ਬੇਅਦਬੀ, ਨਸ਼ਾ, ਫਲਾਨਾ ਧਿਉਂਕਾ, ਇਹਦਾ ਫਾਇਦਾ ਕਿਹਨੂੰ ਹੋਇਆ? ਜਿਨ੍ਹਾਂ ਨੂੰ ਫਾਇਦਾ ਹੋਇਆ ਉਹ ਪਰਚੇ 'ਚ ਹੀ ਨਹੀਂ ਪਏ, ਉਲਟਾ ਉਹ ਬੈਨੀਫਿਟ ਲੈ ਕੇ ਨਿਕਲ ਗਏ। ਅਸੀਂ ਬਿਨਾਂ ਕਿਸੇ ਗੱਲ ਤੋਂ ਅਕਿਊਜ਼ਡ ਬਣਾ ਕੇ, ਬਾਅਦ 'ਚ ਵੱਖਰੀ ਗੱਲ ਹੈ ਕਿ ਕੇਜਰੀਵਾਲ ਵਰਗੇ ਜਿਹੜੇ ਉਹ ਅਦਾਲਤ 'ਚੋਂ ਮਾਫੀ ਮੰਗ ਕੇ ਭੱਜ ਗਏ। ਇੱਕ ਮੈਂ ਦੂਜਾ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਔਰ ਖਾਸ ਕਰਕੇ ਰਾਜਪੁਰਾ ਨਿਵਾਸੀਆਂ ਨੂੰ ਜਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰੂੰਗਾ ਕਿ ਤੁਸੀਂ ਯਕੀਨ ਕਿਹਦੇ 'ਚ ਕਰਨਾ ਜਾਂ ਮੁਕਾਬਲਾ ਕਿਹਦੇ 'ਚ ਕਰਨਾ। ਸਹੁੰ ਕਿਸ ਬੰਦੇ ਨੂੰ ਖਾਣੀ ਪੈਂਦੀ ਹੈ ਜਿਹਦੇ 'ਤੇ ਲੋਕ ਯਕੀਨ ਨਾ ਕਰਦੇ ਹੋਣ, ਉਹਨੂੰ ਕਹਿੰਦੇ ਆ ਚੰਗਾ ਚੱਲ ਗੁਰਦੁਆਰੇ ਸਹੁੰ ਖਾ। ਹੁਣ ਇਹ ਕੈਪਟਨ ਸਾਹਿਬ ਨੂੰ ਸਹੁੰ ਚੁੱਕਣੀ ਪਈ ਕਿਉਂਕਿ ਲੋਕ ਯਕੀਨ ਹੀ ਨਹੀਂ ਕਰਦੇ ਸੀ। ਇਹ ਦੂਜੇ ਪਾਸੇ ਦੂਜੀ ਸਹੁੰ ਚੁੱਕ ਪਾਰਟੀ ਹੈ। ਤੁਹਾਡੇ ਯਾਦ ਹੋਣਾ ਕੇਜਰੀਵਾਲ ਸਾਹਿਬ ਨੇ ਦੋਨੋਂ ਬੱਚਿਆਂ ਦੇ ਹੱਥ ਸਿਰ 'ਤੇ ਧਰ ਕੇ ਸਾਰੇ ਨੈਸ਼ਨਲ ਚੈਨਲਾਂ ਨੇ ਦਿਖਾਇਆ ਸੀ ਕਿ ਮੈਂ ਬੱਚਿਆਂ ਦੇ ਸਿਰ 'ਤੇ ਹੱਥ ਧਰ ਕੇ ਸਹੁੰ ਖਾਨਾ ਹੈ ਕਿ ਨਾ ਮੈਂ ਕਾਂਗਰਸ ਨਾਲ ਸਮਝੌਤਾ ਕਰੂੰਗਾ, ਨਾ ਮੈਂ ਬੀਜੇਪੀ ਨਾਲ ਸਮਝੌਤਾ ਕਰੂੰਗਾ, ਨਾ ਮੈਂ ਗਾੜੀ ਲਊਂਗਾ, ਨਾ ਮੈਂ ਬੰਗਲਾ ਲਊਂਗਾ, ਨਾ ਮੈਂ ਤਨਖਾਹ ਲਊਂਗਾ, ਨਾ ਮੈਂ ਗਨਮੈਨ ਲਊਂਗਾ। ਸਾਰੀਆਂ ਤਾਂ ਚੀਜ਼ਾਂ ਲੈ ਲਈਆਂ ਤੇ ਨਾਲ ਦੀ ਨਾਲ ਹੀ ਕਾਂਗਰਸ ਨਾਲ ਸਮਝੌਤਾ ਕਰ ਲਿਆ। ਜਿਹੜਾ ਆਪਦੇ ਬੱਚਿਆਂ ਦਾ ਨਹੀਂ ਬਣਿਆ ਯਾਰ, ਜਿਹੜਾ ਆਪਦੇ ਸੱਤਾ ਪਿੱਛੇ, ਸੱਤਾ ਦੇ ਲਾਲਚ ਪਿੱਛੇ ਆਪਦੇ ਬੱਚਿਆਂ ਦੀ ਸਹੁੰ ਖਾ ਸਕਦਾ, ਉਹ ਤੁਹਾਡਾ ਤੇ ਮੇਰਾ ਕਿੱਥੋਂ ਬਣ ਜੂਗਾ ਜਾਂ ਪੰਜਾਬ ਦੇ ਲੋਕਾਂ ਦਾ ਕਿੱਥੋਂ ਬਣ ਜੂਗਾ। ਇਸ ਕਰਕੇ ਅੱਜ ਤੀਜਾ ਇਹਨਾਂ ਦੇ ਪ੍ਰਧਾਨ ਦੀ ਸੁਣ ਲਓ, ਉਹਨੇ ਸਹੁੰ ਕੀ ਚੁੱਕੀ ਸੀ ਬਰਨਾਲੇ ਦੀ ਧਰਤੀ ਤੇ, ਕਹਿੰਦਾ ਮੈਂ ਅੱਜ ਸਹੁੰ ਖਾਨਾ ਹੈ। ਸਾਨੂੰ ਤਾਂ ਇਹ ਲੱਗਿਆ ਖਣੀ ਕੋਈ ਪੰਜਾਬ ਦੀ ਵੱਡੀ ਪ੍ਰਾਪਤੀ ਦੱਸੂਗਾ ਕਿ ਮੈਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਂਦਾ, ਮੈਂ ਆਪਦੀ ਮਾਂ ਦੀ ਸਹੁੰ ਖਾਨਾ ਹੈ। ਉਸ ਤੋਂ ਬਾਅਦ ਤੁਹਾਡੇ ਪੱਤਰਕਾਰ ਵੀਰਾਂ ਨੇ, ਕੈਮਰਿਆਂ ਨੇ ਦਿਖਾਇਆ ਫਿਰ ਸ਼ਰਾਬੀ ਹੋਇਆ ਫਿਰਦਾ ਸੀ, ਲੋਕ ਸਭਾ ਦੇ ਵਿੱਚ ਰੌਲਾ ਪੈ ਗਿਆ, ਸ਼ਰਾਬੀ ਹੋਇਆ ਫਿਰਦਾ ਸੀ। ਹੁਣ ਇੱਕ ਪਾਸੇ ਤਾਂ ਇਹ ਕਿਰਦਾਰ ਹੈ ਕਾਂਗਰਸ ਦੇ, ਇਹ ਲੋਕ ਹੈ ਜਿਨ੍ਹਾਂ ਨੇ ਮੁੱਖ ਮੰਤਰੀ ਦੀ ਦੌੜ 'ਚ ਹੈ। ਕੀ ਭਗਵੰਤ ਮਾਨ ਕੋਈ ਸੂਬੇ ਦਾ ਭਲਾ ਕਰ ਸਕਦਾ? ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਹੈ ਜਿਹਨੂੰ ਲੋਕਾਂ ਨੇ ਦੇਖ ਲਿਆ, ਤੇ ਦੂਜੇ ਪਾਸੇ ਸਾਧ ਸੁਖਬੀਰ ਸਿੰਘ ਬਾਦਲ ਦੇ ਲੋਕਾਂ ਨੇ ਕੰਮ ਦੇਖੇ, ਵਿਜ਼ਨਰੀ ਲੀਡਰ ਹੈ ਔਰ ਹਰ ਟਾਈਮ ਸੋਚਦੇ ਆ ਕਿ ਮੈਂ ਕਿਹੜੇ ਵੇਲੇ ਕੀ ਕਰ ਸਕਦਾ। ਇਹ ਤਾਂ ਭਗਵੰਤ ਮਾਨ ਤਾਂ ਉਦੋਂ ਦੰਦੀਆਂ ਚੜਾਉਂਦਾ ਹੁੰਦਾ ਸੀ। ਕੀ ਕਹਿੰਦਾ ਸੀ? ਸੁਖਬੀਰ ਬਾਦਲ ਕਹਿੰਦਾ ਮੈਂ ਥਰਮਲ ਪਲਾਂਟ ਲਾਉਣੇ ਆ ਤੇ ਪਾਥੀਆਂ ਤੇ ਤਲਾਉਣੇ ਆ। ਉਹਨੂੰ ਪੁੱਛਣ ਵਾਲਾ ਹੋਵੇ, ਚੱਲੀ ਜਾਂਦੇ ਆ। ਔਰ ਇੱਕ ਸਭ ਤੋਂ ਵੱਧ ਰੌਲਾ ਪਾਉਂਦੇ ਆ ਇਹ ਪ੍ਰਾਈਵੇਟ ਥਰਮਲਾਂ ਦੇ ਸਮਝੌਤਿਆਂ 'ਤੇ। ਵਿਜੇ ਜੀ, ਮੈਂ ਤੁਹਾਡੇ ਰਾਹੀਂ ਇੱਕ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਔਰ ਵਿਰੋਧੀਆਂ ਨੂੰ ਵੀ ਕਰਦਾ ਵੀ ਭਾਈ ਜੇ ਸਮਝੌਤੇ ਗਲਤ ਸੀ ਤੇ ਫਿਰ ਅਸੀਂ 5 ਰੁਪਏ ਕਿਵੇਂ ਬਿਜਲੀ ਦਿੰਦੇ ਸੀ? ਸਮਝੌਤੇ ਤਾਂ ਉਦੋਂ ਵੀ ਉਹੀ ਸੀਗੇ, ਤੁਸੀਂ 10 ਰੁਪਏ ਕਿਉਂ ਦਿੰਦੇ ਹੋ? ਇਸ ਗੱਲ ਦਾ ਜਵਾਬ ਦੇ ਦਿਓ। ਜੇ ਸਮਝੌਤੇ ਗਲਤ ਸੀ, 4.5 ਸਾਲਾਂ ਦੇ ਹੱਥ ਤੇ ਹੱਥ ਧਰ ਕੇ ਬੈਠੇ ਕਿਉਂ ਪੰਜਾਬ ਦਾ ਨੁਕਸਾਨ ਕਰਾਤਾ? ਫਿਰ ਤੁਸੀਂ ਉਦੋਂ ਦੇ ਰੱਦ ਕਰ ਲੈਂਦੇ। ਇਸ ਕਰਕੇ ਅਸਲੀਅਤ ਦੇ ਵਿੱਚ ਗੱਲ ਇਹ ਹੈ ਕਿ ਝੂਠ ਹੀ ਬੋਲੀ ਜਾਂਦੇ ਆ, ਝੂਠ ਹੀ ਬੋਲੀ ਜਾਂਦੇ ਆ, ਝੂਠ ਹੀ ਬੋਲੀ ਜਾਂਦੇ ਆ ਤੇ ਜਨਤਾ ਨੂੰ ਗੁੰਮਰਾਹ ਕਰਕੇ ਵੋਟਾਂ ਲੈਣ ਨੂੰ ਫਿਰਦੇ ਆ। ਨਾ ਕਾਂਗਰਸ ਪਾਰਟੀ ਤੇ ਨਾ ਆਮ ਆਦਮੀ ਪਾਰਟੀ ਤੇ ਲੋਕ ਯਕੀਨ ਨਹੀਂ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਕਰਕੇ ਔਰ ਨਾਲ ਜਦੋਂ 1 ਤੇ 1 11 ਹੋਣ ਵਾਲੀ ਗੱਲ ਹੁੰਦੀ ਹੈ, ਜਦੋਂ ਦੀ ਬਹੁਜਨ ਸਮਾਜ ਪਾਰਟੀ ਆਈ ਹੈ, ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਨ ਤੋਂ ਕੋਈ ਰੋਕ ਨਹੀਂ ਸਕਦਾ। ਔਰ ਅੱਜ ਆ ਜਿਹੜੇ 13 ਨੁਕਤੇ ਜਿਹੜੇ ਹੈ ਇਹ ਜਦੋਂ ਦੇ ਸਾਥ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਾਰੀ ਕੀਤੇ ਆ, ਮੈਂ ਸਮਝਦਾ ਪੰਜਾਬ ਦੇ ਵਿੱਚ ਵਿਆਹ ਵਰਗਾ ਮਾਹੌਲ ਹੈ। ਥਾਂ ਥਾਂ ਲੰਡੂ ਵੰਡੇ ਜਾ ਰਹੇ ਆ, ਥਾਂ ਥਾਂ ਢੋਲ ਕੁੱਟੇ ਜਾ ਰਹੇ ਆ, ਕਿਉਂਕਿ ਲੋਕਾਂ ਨੂੰ ਕੰਧ ਤੇ ਲਿਖਿਆ ਦਿਖੀ ਜਾਂਦਾ ਕਿ ਸਰਕਾਰ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਬਣ ਰਹੀ ਹੈ। ਗੱਲ ਕਰੀਏ ਅਗਰ 13 ਨੁਕਤੇ ਪ੍ਰੋਗਰਾਮ, ਇਹਨਾਂ ਦੇ ਵਿੱਚੋਂ ਕਈ ਚੀਜ਼ਾਂ ਐਸੀਆਂ ਜਿਹੜੀਆਂ ਫ੍ਰੀ ਦਿੱਤੀਆਂ ਜਾ ਰਹੀਆਂ। ਆਪਾਂ ਫ੍ਰੀ ਕਿਉਂ ਦੇ ਰਹੇ ਹਾਂ? ਇਹੋ ਜਿਹਾ ਕਿਹੜੀ ਜਾਦੂ ਦੀ ਛੜੀ ਹੈ ਸੁਖਬੀਰ ਸਿੰਘ ਬਾਦਲ ਜੀ ਕੋਲ ਜਿਹੜਾ ਫ੍ਰੀ ਦੀ ਆਦਤ ਪਾ ਕੇ ਇਹ ਨਹੀਂ ਕਹਿੰਦੇ ਵੀ ਜਿਹੜੀ ਬਿਜਲੀ ਹੈ 5 ਰੁਪਏ ਯੂਨਿਟ ਦੇਵਾਂਗੇ ਜਾਂ 3 ਰੁਪਏ ਯੂਨਿਟ ਦੇਵਾਂਗੇ, ਪਰ ਫ੍ਰੀ ਨਹੀਂ ਦੇਵਾਂਗੇ। ਫ੍ਰੀ ਪਹਿਲੇ 3 ਲੱਖ ਕਰੋੜ ਦਾ ਜਿਹੜਾ ਹੈ ਪੰਜਾਬ ਦੇ ਉੱਪਰ ਕਰਜ਼ਾ ਹੈ, ਇਹ ਕਿੱਦਾਂ ਨਿਪਟੇਗਾ? ਤਾਂ ਹੋਰ ਕਰਜ਼ਾ ਚੜ੍ਹ ਜਾਏਗਾ, ਆਮ ਲੋਕਾਂ 'ਤੇ ਬੋਝ ਪਏਗਾ। ਦੇਖੋ ਇਹ ਨਾ ਇਹ ਵੀ ਬੜੀ ਡੂੰਘਾਈ ਵਾਲੀਆਂ ਗੱਲਾਂ ਹੈ। ਗੱਲ ਸੁਣਨ ਨੂੰ ਲੱਗਦੀ ਹੈ ਕਿ 3 ਲੱਖ ਕਰੋੜ ਹੋ ਗਿਆ, ਪਰ ਮੈਂ ਇੱਕ ਬੇਨਤੀ ਕਰਾਂ, ਸਾਡੇ ਵੇਲੇ GDP ਦਾ, ਕਿਉਂਕਿ ਕਰਜ਼ਾ ਜਿਹੜਾ ਹੁੰਦਾ ਨਾ, ਤੁਹਾਡੀ ਜਿਹੜੀ ਮੰਨ ਲਓ ਦੁਕਾਨ ਹੈ ਤੇ ਉਹਦੇ ਮੁੱਲ ਤੋਂ ਜਦੋਂ ਲੋਨ ਵੱਧ ਗਿਆ ਉਦੋਂ ਪੰਗੇ ਪੈਣੇ ਆ। GDP ਦਾ 3% ਲੋਨ ਜਿਹੜਾ ਹੈ ਉਹ ਸਾਡੇ ਵੇਲੇ ਸੀਗਾ, ਇਹਨਾਂ ਨੇ 3.9 ਕਰਤਾ ਉਲਟਾ। ਮਤਲਬ ਇਹ ਜਦੋਂ 5600 ਕਰੋੜ ਰੁਪਈਆ ਐਕਸਾਈਜ਼ ਦੇ ਵਿੱਚ ਘੁਟਾਲਾ ਹੋ ਜਾਊਗਾ। ਹੁਣ ਇਹ 5600 ਕਰੋੜ ਦੇ ਘੁਟਾਲੇ ਦਾ ਅਸੀਂ ਥੋੜ੍ਹੀ ਕਿਹਾ, ਇਹਨਾਂ ਦੀ ਸਰਕਾਰ ਦੇ ਚੀਫ ਸੈਕਟਰੀ ਨੇ ਕਿਹਾ, ਉਹਨੂੰ ਅਸਤੀਫਾ ਦੇਣਾ ਪਿਆ। ਫਿਰ ਜਦੋਂ ਉਹ ਬੋਲਣ ਲੱਗਿਆ ਫਿਰ ਉਹਨੂੰ ਕੋਈ ਪੋਸਟ ਦੇ ਕੇ ਖੱਬੇ ਸੱਜੇ ਕਰਤਾ। ਇਹ ਜਦੋਂ ਖਜ਼ਾਨੇ 'ਚ ਜਾਣ ਹੀ ਕੁਛ ਨਹੀਂ ਦੇਣਾ। ਖਜ਼ਾਨਾ ਚੀਜ਼ ਕੀ ਹੈ? ਇਹ ਕਹਿੰਦੇ ਖਾਲੀ ਹੈ ਜੀ। ਖਜ਼ਾਨਾ ਇੱਕ ਐਸੀ ਚੀਜ਼ ਹੈ ਨਿਰੰਤਰ, ਜਿਵੇਂ ਦਰਿਆ ਦੇ ਵਿੱਚੋਂ ਪਾਣੀ ਆਉਂਦਾ
ਤੇ ਉਹਦੇ ਚੋਂ ਕੱਸੀਆਂ ਨਹਿਰਾਂ 'ਚ ਜਾਈ ਜਾਂਦਾ। ਉਵੇਂ ਖਜ਼ਾਨੇ ਦਾ ਕੰਮ ਹੈ। ਹੁਣ ਤੁਸੀਂ ਆਪਾਂ ਬੈਠੇ ਆ ਲਾਟੂ ਚੱਲੀ ਜਾਂਦਾ ਬਿਜਲੀ ਦਾ, ਆ ਪੱਖਾ ਚੱਲੀ ਜਾਂਦਾ, ਇਹ ਤਾਂ ਖਜ਼ਾਨਾ ਤਾਂ ਭਰਨ ਵਾਸਤੇ ਇੱਥੋਂ ਬਿੱਲ ਜਾਈ ਜਾਂਦਾ ਨਾ, ਟੈਕਸ ਜਾਈ ਜਾਂਦਾ, ਪੈਸੇ ਜਾਈ ਜਾਂਦੇ ਆ ਮੋਟਰਸਾਈਕਲ, ਕਾਰਾਂ, ਜੀਪ। ਤੁਸੀਂ ਘਰੋਂ ਨਿਕਲ ਪੋ ਸੀ, ਜਿਹੜੇ ਕੱਪੜੇ ਪਾ ਕੇ ਆਏ ਹੋ ਆਹ ਜਾਂ ਮੈਂ ਪਾ ਕੇ ਆਇਆ, ਇਹ ਜਦੋਂ ਲਏ ਆ ਇਹਦੇ 'ਤੇ ਵੀ ਟੈਕਸ ਹੈ। ਜਿਹੜੀ ਚੀਜ਼ ਤੁਸੀਂ ਮੋਬਾਈਲ ਦੀ ਬੈਟਰੀ ਚੱਲੀ ਜਾਂਦੀ ਹੈ, ਇਹ ਵੀ ਬਿਜਲੀ ਛੱਡਦੀ ਹੈ। ਚਾਰਜ ਕਰਨ ਤੋਂ ਲੈ ਕੇ ਖਰੀਦਣ ਤੋਂ ਲੈ ਕੇ ਕਿਹੜੀ ਚੀਜ਼ 'ਤੇ ਟੈਕਸ ਨਹੀਂ, ਅਤੇ ਖਜ਼ਾਨੇ ਦਾ ਕਿਤੇ ਕੋਈ ਬੰਦ ਹੋਣ ਦਾ ਕੋਈ ਹੈ ਜ਼ਰੀਆ। ਇਸ ਕਰਕੇ ਇਹਨਾਂ ਦੀ ਨੀਅਤ ਖਾਲੀ ਹੈ। ਅਤੇ ਦੂਜੀ ਗੱਲ, ਇਹ ਆਪਦੇ ਘਰ ਭਰਨ 'ਤੇ ਲੱਗੇ ਆ। ਜੇ ਸਹੀ ਖਜ਼ਾਨੇ ਦੇ ਵਿੱਚ ਪੈਸੇ, ਤੁਸੀਂ ਅੰਦਾਜ਼ਾ ਲਾਓ, ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸਰਕਾਰ ਸੀ, ਉਹਦੇ ਨਾਲੋਂ ਅਸੀਂ 3 ਗੁਣਾ ਆਮਦਨ ਵਧਾਈ ਸੀ, ਤਾਂ ਇਹ ਸਟੇਟ ਚਲਾ ਰਹੇ ਸੀ। ਅਤੇ ਇਹ ਫੇਰ ਘਟਣੀ ਆ ਕੇ ਸ਼ੁਰੂ ਹੋ ਗਈ ਹੈ। ਇਸ ਕਰਕੇ ਮੈਂ ਫ੍ਰੀ ਵਾਲੀ ਗੱਲ ਕਰ ਰਿਹਾ ਸੀਗਾ, ਫ੍ਰੀ ਵਾਲੀ ਗੱਲ 'ਤੇ ਦੁਬਾਰਾ ਆ ਰਹੇ ਹਾਂ ਵੀ ਫ੍ਰੀ ਜਿਹੜਾ ਹੈ ਦੇਣ ਦੀ ਇਹਦੀ ਕੀ ਸੂਝੀ, ਵੀ ਕਿਉਂਕਿ ਆਪਾਂ ਰੇਟ ਘੱਟ ਕਰ ਸਕਦੇ ਹਾਂ, ਜਿਵੇਂ ਕਿ ਹਰਿਆਣਾ, ਹਿਮਾਚਲ ਦੇ ਰਿਹਾ 3 ਰੁਪਏ ਯੂਨਿਟ ਬਿਜਲੀ, ਪਰ ਉਹਦੀ ਕਿਉਂ ਨਹੀਂ ਆਪਾਂ ਅੱਗੇ ਕਰਦੇ ਪੈਰਵੀ। ਫ੍ਰੀ ਵਾਲਾ ਸਿਸਟਮ ਤਾਂ ਜਿਹੜਾ ਹੈ ਆਮ ਲੋਕਾਂ 'ਤੇ ਤਾਂ ਬੋਝ ਪੈਣਾ ਹੀ ਪੈਣਾ ਉਹਦਾ। ਦੇਖੋ, ਮੈਂ ਇੱਕ ਬੇਨਤੀ ਕਰਾਂ ਕਿ ਤੁਸੀਂ ਵੀ ਆਮ ਲੋਕ ਹੋ, ਮੈਂ ਵੀ ਆਮ ਲੋਕ ਹਾਂ। ਜਿਹੜਾ ਘਰੇਲੂ ਬਿਜਲੀ ਦੇ ਵਿੱਚ ਜਦੋਂ ਸਾਰਿਆਂ ਨੂੰ ਫ੍ਰੀ ਕੀਤਾ, ਤਾਂ ਸਾਰਿਆਂ ਨੂੰ ਹੀ ਹੈਗਾ ਨਾ, ਬੈਨੀਫਿਟ ਵੀ ਮਿਲਣਾ ਤਾਂ ਸਭ ਨੂੰ ਮਿਲਣਾ। ਜਿਹੜਾ ਮੰਨ ਲਓ 400 ਯੂਨਿਟ ਸਾੜਨ ਵਾਲਾ ਗਰੀਬ ਹੈਗਾ, ਉਹਨੂੰ ਪੂਰਾ ਮਿਲ ਜੂਗਾ। ਜਿਹੜਾ ਤੁਹਾਡੇ ਮੇਰੇ ਵਰਗਾ 1000 ਯੂਨਿਟ ਵਾਲਾ ਹੈ, ਉਹਨੂੰ 400 ਦਾ ਮਿਲ ਜੂਗਾ, 600 ਦਾ ਦੇਣਾ ਪਊਗਾ। ਇਸ ਕਰਕੇ ਇਹ ਮੈਨੂੰ ਨਹੀਂ ਲੱਗਦਾ ਸਾਡੀ ਵੈਲਫੇਅਰ ਸਟੇਟ ਹੈ। ਸਾਡੀ ਸਟੇਟ ਕੋਈ ਕਮਾਊ ਸਟੇਟ ਨਹੀਂ ਹੈ ਕਿ ਜੇ ਅਸੀਂ ਆਖੀਏ ਵੀ ਇਹਦੇ 'ਚੋਂ ਕਮਾਈ ਕੀ ਹੁੰਦੀ ਹੈ ਨਾ। ਵੈਲਫੇਅਰ ਸਟੇਟਾਂ ਦੇ ਵਿੱਚ ਹਮੇਸ਼ਾ ਸਰਕਾਰਾਂ ਜਿਹੜੀਆਂ ਹੈਗੀਆਂ, ਜਿਹੜੇ ਲੋਕਾਂ ਦੀ ਮਦਦ ਕਰ ਸਕਦੀਆਂ ਜਾਂ ਕਰਨੀ ਚਾਹੀਦੀ, ਉਹ ਕਰਦੀਆਂ ਹੀ ਆਈਆਂ, ਅੱਜ ਤੱਕ ਵੀ ਕਰਦੀਆਂ ਆਈਆਂ, ਅਤੇ ਅੱਗੇ ਵੀ ਕਰਦੀਆਂ ਰਹਿਣੀਆਂ। ਕੀ ਫਰਕ ਪੈਣ ਲੱਗਾ ਇਸ ਗੱਲ ਦਾ? ਚਲੋ ਆਖਰੀ ਕੁਐਸਚਨ ਜੀ, ਗੱਲ ਕਰੀਏ ਅਗਰ ਰਾਜਪੁਰ ਦੀ ਫਿਰ ਦੁਬਾਰਾ ਤੋਂ, ਤੇ ਰਾਜਪੁਰ ਤੋਂ ਤੁਸੀਂ ਚੋਣ ਲੜ ਰਹੇ ਹੋ, ਕਿੱਦਾਂ ਦਾ ਮਾਹੌਲ ਲੱਗ ਰਿਹਾ ਤੁਹਾਨੂੰ? ਅਤੇ ਦੂਜੀ ਗੱਲ ਅਗਰ ਮੈਂ ਗੱਲ ਕਰਾਂ ਤਾਂ ਬਾਹਲਪੁਰ ਬਰਾਦਰੀ ਜਿਹੜੀ ਹੈ ਇੱਥੇ ਗੜ੍ਹ ਮੰਨੀ ਜਾਂਦੀ ਹੈ, ਅਤੇ ਬਾਹਲਪੁਰ ਬਰਾਦਰੀ ਨੂੰ ਕਿੱਦਾਂ ਸਮਝਾਓਗੇ, ਕਿਉਂ ਵੋਟ ਪਾਉਣਗੇ ਤੁਹਾਨੂੰ? ਇਹੋ ਜਿਹਾ ਕੀ ਹੈ ਤੁਹਾਡੇ ਪਲਾਨ 'ਚ? ਦੇਖੋ, ਮੈਂ ਇੱਕ ਬੇਨਤੀ ਕਰਾਂ ਕਿ ਬਹਾਵਲਪੁਰ ਬਰਾਦਰੀ ਜਿਹੜੀ ਪਾਕਿਸਤਾਨ ਤੋਂ ਕਾਂਗਰਸ ਪਾਰਟੀ ਦੀ ਮਾਰ ਕਰਕੇ ਉੱਜੜ ਕੇ ਆਈ, ਮੈਂ ਇੱਕ ਗੱਲ ਬੜੀ ਵੱਡੀ ਕਹਿਣ ਲੱਗਿਆ, ਸ਼ਾਇਦ ਕਈ ਵਾਰੀ ਨਵੀਂ ਪੀੜ੍ਹੀ ਨੂੰ ਤਾਂ ਇਹ ਗੱਲਾਂ ਪਤਾ ਹੀ ਨਾ ਹੋਣ। ਦੇਸ਼ ਵੰਡਿਆ ਕਿਉਂ ਗਿਆ? ਨਹਿਰੂ ਦੀਆਂ ਨੀਤੀਆਂ ਕਰਕੇ, ਕਾਂਗਰਸ ਔਰ ਨਹਿਰੂ ਦੀਆਂ ਨੀਤੀਆਂ ਕਰਕੇ। ਨਹੀਂ ਤਾਂ ਦੇਸ਼ ਸਾਡਾ ਵੰਡਿਆ ਨਹੀਂ ਸੀ ਜਾਣਾ। ਜਿਨ੍ਹਾਂ ਔਰ ਨਹਿਰੂ ਦੀ ਦੋਨਾਂ ਦੀ ਪ੍ਰਧਾਨ ਮੰਤਰੀ ਬਣਨ ਦੀ ਜਿੱਦ ਕਰਕੇ, ਹਾਲਾਂਕਿ ਜਿਨ੍ਹਾਂ ਨੂੰ ਕੈਂਸਰ ਸੀ ਔਰ ਲਾਸਟ ਸਟੇਜ 'ਤੇ ਸੀ, ਸਾਰੀ ਦੁਨੀਆ ਨੂੰ ਪਤਾ ਸੀ ਕਿ ਇਹਨੇ ਸਾਲ 1.5 ਸਾਲ ਦੇ ਵਿੱਚ ਰੱਬ ਨੂੰ ਪਿਆਰਾ ਹੋ ਜਾਣਾ, ਅਤੇ ਜੇ ਕਿਤੇ ਨਹਿਰੂ ਉਸ ਵੇਲੇ ਥੋੜ੍ਹੀ ਬਹੁਤੀ ਜਿੱਦ ਛੱਡ ਦਿੰਦਾ ਤਾਂ ਸਾਡਾ ਦੇਸ਼ ਵੰਡਿਆ ਨਾ ਜਾਂਦਾ, ਸਾਡੇ ਦੇਸ਼ ਦੇ 10.5-11 ਲੱਖ ਲੋਕ ਮਾਰੇ ਨਾ ਜਾਂਦੇ। ਔਰ ਬਹਾਵਲਪੁਰ ਬਰਾਦਰੀ ਜਿਹੜੀ ਹੈਗੀ ਹੈ ਸਾਡੀ, ਇਹਨੂੰ ਉੱਜੜ ਕੇ ਜਿਹੜਾ ਹੈਗਾ ਨਾ, ਆਪਦੇ ਘਰ ਛੱਡ ਕੇ, ਆਪਦੇ ਬਿਜ਼ਨਸ ਛੱਡ ਕੇ, ਆਪਦੇ ਕਾਰੋਬਾਰ ਛੱਡ ਕੇ ਇੱਥੇ ਆਉਣਾ ਪੈਂਦਾ। ਪਰ ਮੈਂ ਇੱਕ ਗੱਲ ਕਹਾਂ ਕਿ ਬਹਾਵਲਪੁਰ ਬਰਾਦਰੀ ਜਿੰਨੀ ਮਿਹਨਤੀ ਅਤੇ ਜਿੰਨੀ ਸਿਆਣੀ ਹੈ, ਮਤਲਬ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਹਰਦਿਆਲ ਕੰਬੋਜ ਸਾਡੇ ਨਾਲ ਕੀ ਕਰਦਾ ਹੈ? ਤੁਹਾਨੂੰ ਕੀ ਲੱਗਦਾ ਹੈ ਕਿ ਬਹਾਵਲਪੁਰ ਬਰਾਦਰੀ ਇੰਨੀ ਸਿਆਣੀ ਨਹੀਂ ਹੈ ਕਿ ਇੱਕ ਪਾਸੇ ਉਹ ਚੱਲਿਆ ਹੋਇਆ ਕਾਰਤੂਸ ਹੈ ਜਿਹਨੂੰ ਅਸੀਂ ਪਿਛਲੇ 10 ਸਾਲਾਂ ਦਾ ਦੇਖੀ ਜਾਂਦੇ ਹਾਂ, ਅਤੇ ਦੂਜੇ ਪਾਸੇ ਉਹ ਇਨਸਾਨ ਹੈ ਜਿਹੜਾ ਮੁੱਖ ਮੰਤਰੀ ਦੇ ਨਾਲ ਬੈਠਦਾ ਅਤੇ ਮੁੱਖ ਮੰਤਰੀ ਦਾ ਨਾਲ ਕੰਮ ਕਰਨਾ ਹੈ। ਔਰ ਜਦੋਂ ਮੁੱਖ ਮੰਤਰੀ ਦੇ ਕੰਮ ਕਰਨੇ ਅਤੇ ਰਾਜਪੁਰੇ ਦੇ ਕੰਮ ਕਿਉਂ ਨਹੀਂ ਹੋਣਗੇ? ਉਹ ਸਰਕਾਰ ਜਿਹਦੀ ਬਣ ਜਾ ਰਹੀ ਹੈ, ਇਹ ਵੀ ਲੋਕਾਂ ਨੂੰ ਕੰਧ 'ਤੇ ਲਿਖਿਆ ਪਿਆ। ਇਸ ਕਰਕੇ ਮੈਂ ਸਮਝਦਾ ਹਾਂ ਕਿ ਹਰਦਿਆਲ ਕੰਬੋਜ ਨੂੰ ਹਰਾਉਣ ਲਈ ਔਰ ਰਾਜਪੁਰੇ ਦੇ ਵਿਕਾਸ ਲਈ ਬਹਾਵਲਪੁਰ ਬਰਾਦਰੀ ਲਾ ਲਓ, ਜਿੰਨੀਆਂ ਵੀ ਬਰਾਦਰੀਆਂ ਤੁਸੀਂ ਕਿਸੇ ਦੀ ਗੱਲ ਕਰ ਲਓ, ਬਹਾਵਲਪੁਰ ਬਰਾਦਰੀ ਦੀ ਗੱਲ ਕਰ ਲਓ, ਸੈਣੀ ਦੀ ਕਰ ਲਓ, ਰਾਜਪੂਤ ਦੀ ਕਰ ਲਓ, ਵਾਲਮੀਕ ਦੀ ਕਰ ਲਓ, ਰਵਿਦਾਸੀਆ ਭਾਈਚਾਰੇ ਦੀ ਕਰ ਲਓ, ਜੱਟ ਸਿੱਖ ਦੀ ਕਰ ਲਓ, ਜਿੰਨੀਆਂ ਵੀ ਬਰਾਦਰੀਆਂ, ਮੇਰੇ ਤੋਂ ਕੋਈ ਨਾਂ ਰਹਿ ਵੀ ਗਏ ਹੋਣਗੇ, ਤਾਂ ਜਿੰਨੀਆਂ ਵੀ ਬਰਾਦਰੀਆਂ, ਸਾਰੇ ਦੇ ਸਾਰੇ ਜਿਹੜੇ ਹੈਗੇ ਆ ਹਰਦਿਆਲ ਕੰਬੋਜ ਨੂੰ ਹਰਾਉਣ ਲਈ, ਮਤਲਬ ਜਿਵੇਂ ਨਾ ਕਿਤੇ ਬੰਦਾ ਤਿਆਰੀ ਖਿੱਚੀ ਬੈਠਾ ਹੁੰਦਾ, ਕਿਤੇ ਉਹ ਕਿਸੇ ਮੇਲੇ ਤਿਉਹਾਰ 'ਤੇ ਜਾਣ ਲਈ ਤਿਆਰੀ ਖਿੱਚੀ ਬੈਠੇ ਤਾਂ ਇੱਕ ਕੱਲ੍ਹ ਪਰਸੋਂ ਮੈਂ ਇੱਕ ਪਿੰਡ ਗਿਆ, ਤੁਹਾਨੂੰ ਹਾਸੇ ਵਾਲੀ, ਉਹ ਕਹਿੰਦਾ ਅੱਜ ਹੀ ਨਹੀਂ ਮਸ਼ੀਨ ਲਿਆ ਸਕਦਾ, ਅਸੀਂ ਅੱਜ ਹੀ ਕੰਮ ਨਿਬੇੜ ਲਈਏ। ਇਸ ਕਰਕੇ ਲੋਕ ਧਾਰੀ ਬੈਠੇ ਆ, ਪਾਪਾਂ ਦਾ ਘੜਾ ਭਰ ਚੁੱਕਿਆ, ਇਹ ਹੁਣ ਫੁੱਟਣਾ ਹੀ ਫੁੱਟਣਾ, ਚੁਰਾਹੇ 'ਚ ਫੁੱਟੂਗਾ। ਔਰ ਇਹੀ ਚੁੱਪ ਕੀਤੀ ਬਰਾਦਰੀ ਭੰਨੇਗੀ, ਜਿਹੜੇ ਇਹਨਾਂ ਦੀਆਂ ਮਾਰਾਂ ਝੱਲੀ ਜਾਂਦੇ ਨਾ, ਔਰ ਇਹੀ ਸਭ ਤੋਂ ਪਹਿਲਾਂ ਭੰਨੇਗੀ, ਇਹ ਮੈਨੂੰ ਪੂਰਨ ਵਿਸ਼ਵਾਸ ਹੈ। ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਮੈਂ ਇਹਨਾਂ ਦਾ ਬੱਚਾ ਬਣ ਕੇ, ਭਰਾ ਬਣ ਕੇ, ਜੇ ਕੋਈ ਦੁੱਖ ਘਟਾ ਸਕਿਆ ਤਾਂ ਘਟਾਊਂਗਾ, ਇਹਨਾਂ ਦੇ ਦੁੱਖ ਦੇ ਵਿੱਚ ਕਦੇ ਵਾਧਾ ਨਹੀਂ ਕਰੂੰਗਾ, ਇਹੀ ਯਕੀਨ ਤੇ ਭਰੋਸਾ ਦਿਵਾਉਂਗਾ ਮੈਂ। ਅੰਤ 'ਚ ਕੀ ਅਪੀਲ ਕਰੋਗੇ ਰਾਜਪੁਰਾ ਦੀ, ਹਲਕਾ ਰਾਜਪੁਰਾ ਦੀ ਜਨਤਾ ਨੂੰ? ਜਨਤਾ ਨੂੰ ਮੇਰੀ ਹੱਥ ਜੋੜ ਕੇ ਇੱਕੋ ਹੀ ਅਪੀਲ ਬੇਨਤੀ ਹੈ ਕਿ ਰਾਜਪੁਰੇ ਦੀ ਵਿਕਾਸ ਲਈ, ਰਾਜਪੁਰੇ ਦੇ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ, ਔਰ ਰਾਜਪੁਰੇ ਦੇ ਵਿੱਚ ਇਹ ਸਿਆਸੀ ਪਰਚਿਆਂ ਅਤੇ ਗੁੰਡਾਗਰਦੀ ਦੇ ਰਾਜ ਨੂੰ ਖਤਮ ਕਰਨ ਲਈ ਕਿਰਪਾ ਕਰਕੇ ਸਾਥ ਦਿਓ। ਮੈਂ ਤੁਹਾਡਾ ਕਿਸੇ ਦਾ ਵੀ ਇੱਕ ਵੀ ਵੋਟ ਜੇ ਤੁਸੀਂ ਮੇਰੇ ਲਈ ਕਿਤੋਂ ਮੰਗੋਗੇ, ਕਿਤੇ ਘੰਟਾ ਅੱਧਾ ਘੰਟਾ ਵੀ ਮੇਰੇ ਲਈ ਕੰਮ ਕਰੋਗੇ, ਮੈਂ ਤੁਹਾਡਾ ਵਿਸ਼ਵਾਸ ਜਿਹੜਾ ਉਹ ਟੁੱਟਣ ਨਹੀਂ ਦੇਵਾਂਗਾ। ਧੰਨਵਾਦ ਜੀ। ਇਹ ਸੁਣਿਆ ਸਰਦਾਰ ਚਰਨਜੀਤ ਸਿੰਘ ਬਰਾੜ ਜੀ ਨੇ ਬੜੇ ਖੁੱਲ੍ਹ ਕੇ ਜਵਾਬ ਦਿੱਤੇ, ਸਟੇਟ ਲੈਵਲ ਦੇ ਮੁੱਦਿਆਂ 'ਤੇ ਵੀ ਅਤੇ ਲੋਕਲ ਹਲਕਾ ਜਿਹੜਾ ਰਾਜਪੁਰਾ ਹੈ ਉਹਦੇ ਮੁੱਦਿਆਂ 'ਤੇ ਵੀ
ਹਰਦਿਆਲ ਸਿੰਘ ਕੰਬੋਜ ਨੂੰ ਕਿਸ ਤਰ੍ਹਾਂ ਜਿਹੜਾ ਹੈ ਲਤਾੜਦੇ ਹੋਏ ਰਾਜਪੁਰਾ ਦੀ ਜਨਤਾ ਤੋਂ ਅਪੀਲ ਵੀ ਕਰਦੇ ਹਾਂ ਵੀ MLA ਬਣਾਓ ਰਾਜਪੁਰਾ ਮੈਨੂੰ ਤੇ ਮੁੱਖ ਮੰਤਰੀ ਫ੍ਰੀ ਪਾਓ। ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਵੀ ਕਿਹਦੇ ਹੱਥ ਜਿਹੜੀ ਹੈ ਲਾਟਰੀ ਲੱਗਦੀ ਹੈ। ਦੋ ਇਜਾਜ਼ਤ, ਕੈਮਰਾਮੈਨ ਅਨਮੋਲ ਦੇ ਨਾਲ ਵਿਜੇ ਵੋਰਾ, ਸਕਾਈ ਨਿਊਜ਼ ਪੰਜਾਬ, ਰਾਜਪੁਰਾ।